ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਬੈਕੁੰਠ ਗੋਬਿੰਦ ਚਰਨ ਨਿਤ ਧਿਆਓ। ਮੁਕਤ ਪਦਾਰਥ ਸਾਧੂ ਸੰਗਤ। ਅੰਮ੍ਰਿਤ ਹਰਿ ਕਾ ਨਾਮ। ਬੈਕੁੰਠ ਗੋਬਿੰਦ ਚਰਨ ਨਿਤ ਧਿਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਬੈਕੁੰਠ ਗੋਬਿੰਦ ਚਰਨ ਨਿਤ ਧਿਆਓ। हे ਭਾਈ, ਇਹੀ ਬੈਕੁੰਠ ਹੈ ਜੋ ਨਿਤਾ ਪ੍ਰਤੀ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਨੂੰ ਧਿਆਉਣਾ ਹੈ। ਸਾਧ ਸੰਗਤ ਸੱਚਖੰਡ ਹੈ, ਆਏ ਝਰੁਖ ਹੈ ਖੋਲ੍ਹੇ ਬਾਰੀ। ਸਾਧ ਸੰਗਤ ਹੀ ਸੱਚਖੰਡ ਬੈਕੁੰਠ ਹੈ। ਝਰੋਖੇ ਤੇ ਬਾਰੀਆਂ ਖੋਲ੍ਹ ਕੇ ਆ ਕੇ ਬੈਠਣਾ ਚਾਹੀਦਾ ਹੈ। ਮਤਲਬ ਅੱਖਾਂ ਤੇ ਕੰਨ ਨੇਤਰ ਆਦਿਕ ਜੋ ਇੰਦਰੀਆਂ ਨੇ ਇਹਨਾਂ ਨੂੰ ਪੂਰੀ ਸਾਵਧਾਨੀ ਦੇ ਨਾਲ ਸਤਿਗੁਰੂ ਦੀ ਬਾਣੀ ਵਿੱਚ ਲਾਉਣਾ ਚਾਹੀਦਾ ਹੈ। ਇਹ ਸਤਿਗੁਰੂ ਜੀ ਦਾ ਹੁਕਮ ਹੈ ਤਾਂ ਤੇ ਸੱਚਖੰਡ ਹੈ। ਪਰ ਜੇ ਧਿਆਨ ਨਹੀਂ ਜੁੜਿਆ, ਹੋਰ ਪਾਸੇ ਧਿਆਨ ਉੱਠ ਗਿਆ, ਫਿਰ ਤਾਂ ਕੀ ਕਹਿਣਾ ਹੈ। ਇਉਂ ਜੋ ਗੋਬਿੰਦ ਦੇ ਚਰਨਾਂ ਨੂੰ ਧਿਆਉਣਾ ਇਹੀ ਸੱਚਖੰਡ ਹੈ। ਇਸੇ ਪ੍ਰਕਾਰ ਬੈਕੁੰਠ ਗੋਬਿੰਦ ਚਰਨ ਨਿਤ ਧਿਆਓ। ਬੈ ਨਾਮ ਹੈ ਦਵੈਤ ਦਾ, ਕੁੰਠ ਨਾਮ ਹੈ ਰੋਕਣ ਦਾ। ਦਵੈਤ ਵੱਲੋਂ ਚਿੱਤ ਨੂੰ ਰੋਕ ਕੇ ਜੋ ਪਰਮੇਸ਼ਰ ਨੂੰ ਧਿਆਉਣਾ ਕਰ, ਫਿਰ ਤੂੰ ਉਲਟ ਕੇ ਉਸ ਜੋਤੀ ਸਰੂਪ ਦਾ ਰੂਪ ਹੀ ਹੋ ਜਾਵੇਗਾ। ਜਾਂ ਦਵੈਤ ਭਾਵ ਵੱਲ ਜਾਣ ਤੋਂ ਚਿੱਤ ਨੂੰ ਰੋਕ ਕੇ ਨਿਤਾ ਪ੍ਰਤੀ ਗੋਬਿੰਦ ਦੇ ਅਧਿਸ਼ਟਾਨ ਸਰੂਪ ਚਰਨਾਂ ਨੂੰ ਧਿਆਉਣਾ ਕਰ।
ਅਰਥਾਤ ਵੈਸ਼ਨਵਾਂ ਦੇ ਮਤ ਵਿੱਚ ਇੰਜ ਲਿਖਿਆ ਹੋਇਆ ਹੈ ਕਿ ਬੈਕੁੰਠ ਵਿੱਚ ਇੱਕ ਬਿਰਵਾ ਨਾਮੇ ਨਦੀ ਆਉਂਦੀ ਹੈ। ਉਸ ਨਦੀ ਵਿੱਚ ਜਿਸ ਪ੍ਰਾਣੀ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਉਸ ਦਾ ਸੂਖਮ ਸਰੀਰ ਉਦੋਂ ਉਹਦੇ ਵਿੱਚ ਹੀ ਚੜ੍ਹ ਜਾਂਦਾ ਹੈ। ਜੇ ਤਾਂ ਉਸ ਪ੍ਰਾਣੀ ਨੇ ਸ਼ਲੋਕ ਮੁਕਤੀ ਪਾਉਣੀ ਹੋਵੇ ਤਾਂ ਉਸ ਲੋਕ ਦੀ ਮੁਕਤੀ ਵਾਲੀ ਦੇਹ ਮਿਲ ਜਾਂਦੀ ਹੈ। ਜੇ ਸਮੀਪ ਮੁਕਤੀ ਪਾਉਣੀ ਹੋਵੇ ਤਾਂ ਸਮੀਪ ਮੁਕਤੀ ਮਿਲ ਜਾਂਦੀ ਹੈ। ਜੇ ਸਰੂਪ ਮੁਕਤੀ ਪਾਉਣੀ ਹੋਵੇ ਤਾਂ ਜਿਵੇਂ ਵਿਸ਼ਨੂੰ ਦਾ ਚਤੁਰਭੁਜੀ ਰੂਪ ਹੈ ਉਹੋ ਜਿਹੀ ਸਰੂਪ ਮੁਕਤੀ ਮਿਲ ਜਾਂਦੀ ਹੈ। ਜੇ ਸਾਯੁਜ ਮੁਕਤੀ ਪਾਉਣੀ ਹੋਵੇ ਤਾਂ ਸਾਯੁਜ ਮੁਕਤੀ ਪਾ ਸਕਦਾ ਹੈ। ਭਾਵ ਇੱਕ ਵਕਤ 1000 ਦੇਹ ਧਾਰ ਕੇ 1000 ਕੰਮ ਵੱਖੋ ਵੱਖਰੇ ਕਰ ਸਕਦਾ ਹੈ, ਪਰ ਜਗਤ ਦੀ ਉਤਪਤੀ ਪਾਲਣਾ ਲੈਤਾ ਇਹ ਨਹੀਂ ਕਰ ਸਕਦਾ, ਕਿਉਂਕਿ ਇਹ ਪਰਮੇਸ਼ਰ ਨੇ ਆਪਣੇ ਹੱਥ ਰੱਖਿਆ ਹੋਇਆ ਹੈ। ਜਿਵੇਂ ਪਾਣੀ ਵਿੱਚ ਲੂਣ ਦੀ ਡਲੀ ਖੋਰ ਦਈਏ, ਭਾਵੇਂ ਲੂਣ ਦੀ ਡਲੀ ਖਰ ਕੇ ਪਾਣੀ ਦਾ ਰੂਪ ਹੀ ਬਣ ਜਾਂਦੀ ਹੈ, ਪਰ ਜਦੋਂ ਪਾਣੀ ਮੂੰਹ ਨਾਲ ਲਾਉਣਾ ਕਰੀਏ ਤਾਂ ਸਵਾਦ ਲੂਣ ਦਾ ਹੀ ਆਉਂਦਾ ਹੈ। ਇਸੇ ਪ੍ਰਕਾਰ ਸਾਯੁਜ ਮੁਕਤੀ ਵਾਲਿਆਂ ਨੂੰ ਅਲਪਗਤਾ ਬਣੀ ਹੀ ਰਹਿੰਦੀ ਹੈ। ਮਿਲ ਤਾਂ ਜਾਂਦੇ ਨੇ ਅਤੇ ਪਰ ਅਲਪਗਤਾ ਬਣੀ ਰਹਿੰਦੀ ਹੈ। ਗੁਰੂ ਘਰ ਦੇ ਵਿੱਚ ਸੱਚਖੰਡ ਦੇ ਅੰਦਰ ਕੇਵਲ ਮੁਕਤੀ ਦੀ ਪ੍ਰਾਪਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਜਿਹੜੀਆਂ 4 ਬੈਕੁੰਠ ਦੀਆਂ ਮੁਕਤੀਆਂ ਨੇ ਇਹਦੀ ਬਾਬਤ ਪ੍ਰੇਮੀਆਂ ਦਾ ਬਚਨ ਹੈ। ਕਬੀਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਸੋ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਓ, ਮੈਨੂੰ ਤਾਂ ਆਪਦੇ ਚਰਨ ਕਮਲਾਂ ਦੀ ਮੌਜ ਚਾਹੀਦੀ ਹੈ। ਆਦ ਜਨਮ ਤੋਂ ਲੈ ਕੇ ਅੰਤ ਤੱਕ ਜਿਵੇਂ ਅਸੀਂ ਆਪ ਜੀ ਦਾ ਨਾਮ ਜਪਦੇ ਰਹੇ ਹਾਂ, ਇਸੇ ਪ੍ਰਕਾਰ ਇਹ ਸੱਚੇ ਪਾਤਸ਼ਾਹ ਸਾਨੂੰ ਸੱਚਖੰਡ ਦੇ ਵਿੱਚ ਵੀ ਆਪਦੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ਿਸ਼ ਕਰੋ ਜੀ। ਰਾਜ ਨਾ ਚਾਹੋ ਭੁਗਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਆਪ ਜੀ ਦੇ ਚਰਨ ਕਮਲਾਂ ਦੇ ਨਾਲ ਸਾਡੀ ਪ੍ਰੀਤੀ ਲੱਗੀ ਰਹੇ ਜੀ। ਇਹ ਸਾਡੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਮੁਗਧ ਪਦਾਰਥ ਸਾਧੂ ਸੰਗਤ, ਸ੍ਰੇਸ਼ਟ ਜਨਾਂ ਦੀ ਸੰਗਤ ਦੁਆਰਾ ਨਾਮ ਜਪ ਕੇ ਕੇਵਲ ਮੁਕਤੀ ਰੂਪ ਪਦਾਰਥ ਪ੍ਰਾਪਤ ਹੁੰਦਾ ਹੈ, ਕਿਉਂਕਿ ਅੰਮ੍ਰਿਤ ਹਰਿ ਕਾ ਨਾਉ, ਅਮਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਹੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਊਤਮ ਕਥਾ ਸੁਣੀ ਜਨ ਸ਼੍ਰਵਣੀ। ਇਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਹੇ ਭਗਵਾਨ, ਹੇ ਵਾਹਿਗੁਰੂ ਜੀ, ਮਇਆ ਕਰਹੁ ਭਗਵਾਨ। ਹੇ ਪਰਮੇਸ਼ਰ ਜੀ, ਸਾਡੇ ਉੱਪਰ ਕਿਰਪਾ ਦ੍ਰਿਸ਼ਟੀ ਕਰੋ ਤਾਂ ਕਿ ਅਸੀਂ ਆਪ ਜੀ ਦੀ ਤਟਸਥੀ ਲੱਖਣਾ ਅਤੇ ਸਰੂਪ ਲੱਖਣਾ ਵਾਲੀ ਸ੍ਰੇਸ਼ਟ ਕਥਾ ਨੂੰ ਸ਼ਰਧਾ ਅਤੇ ਵਿਸ਼ਵਾਸ ਰੂਪ ਕਰਨਾ ਦੇ ਨਾਲ ਹਮੇਸ਼ਾ ਹੀ ਸੁਣਨਾ ਕਰੀਏ ਜੀ। ਆਵਤ ਜਾਤ ਦੋ ਪਖ ਪੂਰਨ। ਇਹ ਪਰਮੇਸ਼ਰ, ਸਾਡਾ ਜਨਮ ਧਾਰ ਕੇ ਆਉਣਾ, ਮਰ ਕੇ ਜਾਣਾ, ਇਹ ਦੋਵੇਂ ਪੱਖ ਪੂਰੇ ਜਾਣ। ਭਾਵ ਜੰਮਣਾ ਤੇ ਮਰਨਾ ਮਿਟ ਜਾਵੇ। ਪਾਈਐ ਸੁਖ ਵਿਸਰਾਮ, ਅਤੇ
ਤੇਰੇ ਸੁਖ ਆਨੰਦ ਸਰੂਪ ਦੇ ਵਿੱਚ ਸਥਿਤੀ ਪਾਉਣਾ ਕਰੀਏ। ਸੋਧਤ ਤਤ ਵਿਚਾਰਿਓ। ਵੇਦਾਂ ਨੂੰ ਖੋਜ ਕੇ, ਸ਼ਾਸਤਰਾਂ ਨੂੰ ਖੋਜ ਕੇ ਅਤੇ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਇਹ ਤੱਤ, ਇਹ ਸਿਧਾਂਤ ਨੂੰ ਵਿਚਾਰਿਆ ਹੈ ਕਿ ਭਗਤ ਸ੍ਰੇਸ਼ਟ ਪੂਰੀ। ਪਰਮੇਸ਼ਰ ਦੀ ਭਗਤੀ ਹੀ ਸਭ ਤੋਂ ਸ੍ਰੇਸ਼ਟ, ਉੱਤਮ ਅਤੇ ਪੂਰਨ ਹੈ। ਜਾਂ ਇਸੇ ਪ੍ਰਕਾਰ ਭਗਤ ਸ੍ਰੇਸ਼ਟ ਪੂਰੀ। ਜੋ ਵਾਹਿਗੁਰੂ ਜੀ ਦੀ ਭਗਤੀ ਹੈ, ਇਹੀ ਸਭ ਨਾਲੋਂ ਸ੍ਰੇਸ਼ਟ ਕਰਨ ਵਾਲੀ ਭਗਤੀ ਪੂਰਨ ਹੈ। ਜਾਂ ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ ਉਹ ਸ੍ਰੇਸ਼ਟ ਜਨ ਹਨ, ਔਰ ਉਹਨਾਂ ਦੀ ਕਮਾਈ ਉਹ ਵੀ ਪੂਰੀ ਹੈ। ਕਹੁ ਨਾਨਕ ਇਕ ਰਾਮ ਨਾਮ ਬਿਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇੱਕ ਰਮੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਅਵਰ ਸਗਲ ਵਿਦਯੂਰੀ। ਹੋਰ ਸਾਰੀਆਂ ਵਿਧੀਆਂ ਊਣਤਾਈ ਵਾਲੀਆਂ ਹਨ, ਪੂਰੀ ਖਾਲੀ ਹਨ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ। ਸਾਚੇ ਸਤਿਗੁਰੂ ਦਾ ਤਾਰਾ। ਇਹ ਸੱਚੇ ਸਤਿਗੁਰੂ ਜੀ, ਆਪ ਜੀ ਦਾ ਨਾਮ ਅੰਮ੍ਰਿਤ, ਬ੍ਰਹਮ ਗਿਆਨ, ਪ੍ਰੇਮ, ਮੁਕਤੀ ਆਦਿਕ ਸਭ ਦਾਤਾਂ ਨੂੰ ਦੇਣ ਵਾਲੇ ਦਾਤਾਰਾ, ਦਾਤਿਓ ਆਪ ਜੀ ਹੀ। ਸੋ ਇਹ ਬਖਸ਼ਿਸ਼ਾਂ ਕਰਨ ਵਾਲੇ ਦਾਤਿਓ, ਕੋਈ ਪ੍ਰਸ਼ਾਦਾ ਛਕਾ ਸਕਦਾ ਹੈ, ਕੋਈ ਪੈਸੇ ਦੇ ਸਕਦਾ ਹੈ, ਆਪਦੇ ਘਰ ਵਿੱਚ ਰਹਿਣ ਦੀ ਜਗ੍ਹਾ ਵੀ ਦੇ ਸਕਦਾ ਹੈ। ਦੁਨੀਆ ਦੀ ਹਰੇਕ ਚੀਜ਼ ਆਪਾਂ ਕਿਸੇ ਕੋਲੋਂ ਮੰਗ ਸਕਦੇ ਹਾਂ ਜਾਂ ਮਿਹਨਤ ਨਾਲ ਖਰੀਦ ਸਕਦੇ ਹਾਂ, ਪਰ ਇੱਕ ਵਾਹਿਗੁਰੂ ਦਾ ਅੰਮ੍ਰਿਤ ਨਾਮ ਜੋ ਬ੍ਰਹਮ ਗਿਆਨ ਆਦਿਕ, ਪ੍ਰੇਮਾ ਭਗਤੀ, ਮੁਕਤੀ ਆਦਿਕ, ਇਹ ਸਭ ਵਸਤੂਆਂ ਗੁਰੂ ਘਰ ਦੇ ਵਿੱਚੋਂ ਤੁਹਾਨੂੰ ਫ੍ਰੀ ਮਿਲ ਗਈਆਂ, ਪਰ ਮਿਲ ਗਈਆਂ ਅਧਿਕਾਰੀ ਨੂੰ। ਜਿਹੜਾ ਯੋਗ ਅਧਿਕਾਰੀ ਸ਼ਰਧਾ, ਵਿਸ਼ਵਾਸ ਅਤੇ ਭਾਵਨਾ ਵਾਲਾ ਹੋਵੇਗਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਨਾ ਤਾਂ ਕੋਈ ਨਾਮ ਦੇ ਸਕਦਾ, ਨਾ ਬ੍ਰਹਮ ਗਿਆਨ, ਨਾ ਪ੍ਰੇਮ ਅਤੇ ਨਾ ਹੀ ਮੁਕਤੀ। ਇਹ ਮਹਾਰਾਜ ਤੁਸੀਂ ਜਿਹੜੇ 4 ਪ੍ਰਕਾਰ ਦੇ ਦਾਤੇ ਮੰਨੇ ਨੇ, ਸਤੀਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣ, ਸੋਭ ਕਰੇ ਸੰਸਾਰ। ਇੱਕ ਤਾਂ 7 ਪ੍ਰਤਗੀ ਦਾਤੇ ਨੇ, ਜਿਸ ਤਰ੍ਹਾਂ ਰਾਜਾ ਹਰੀ ਚੰਦ ਆਦਿਕ ਹੋਏ ਨੇ, ਅਤੇ ਦੇਣਾ ਕੈ ਵਿਚਾਰ, ਇੱਕ ਦੇਣ ਦੇ ਵਿਚਾਰ ਵਿੱਚ ਹੀ ਲੱਗੇ ਰਹਿੰਦੇ ਨੇ। ਜਿਵੇਂ ਰਾਜਾ ਬਲ ਸੀਗਾ, ਬਲ ਰਾਜਾ ਮਾਇਆ ਅਹੰਕਾਰੀ, ਉਹਨੂੰ ਪੈਸੇ ਦਾ ਹੰਕਾਰ ਸੀਗਾ। ਜਗਣ ਕਰੈ ਬਹੁ ਭਾਰੇ ਫਾਰੀ, ਮੇਨ ਗੁਰ ਪੁੱਛੇ ਜਾਏ ਪਿਆਰੀ। ਅਰ ਹਰੀ ਚੰਦ ਦਾਨ ਕਰੈ ਜਸ ਲੀਵੈ, ਮੇਨ ਗੁਰ ਅੰਤਰ ਪਾਏ ਪੀਵੈ। ਰਾਜਾ ਹਰੀ ਚੰਦ, ਉਹਨੇ ਵੀ ਗੁਰੂ ਤੋਂ ਬਗੈਰ ਭੇਦ ਨਹੀਂ ਪਾਇਆ। ਰਾਜੇ ਬਲ ਨੇ ਵੀ ਆਪਦੇ ਗੁਰੂ ਦੀ ਗੱਲ ਨਹੀਂ ਮੰਨੀ, ਹੰਕਾਰ ਦੇ ਵਿੱਚ ਉਹਨੂੰ 7ਵੇਂ ਪਤਾਲ ਵਿੱਚ ਜਾਣਾ ਪਿਆ। ਇਸ ਲਈ ਇਹ ਜਿਹੜੇ ਦਾਤੇ ਨੇ, ਇਹ ਸੰਪੂਰਨ ਦਾਤੇ ਨਹੀਂ। ਸਤੀਆ ਮਨ ਸੰਤੋਖ ਉਪਜੈ, ਇੱਕ ਸੰਤੋਖੀ ਨੇ ਦੇਣਾ ਕਿ ਵਿਚਾਰ, ਇੱਕ ਦੇਣ ਦੇ ਵਿਚਾਰ ਵਿੱਚ ਲੱਗੇ ਰਹਿੰਦੇ ਨੇ। ਦੇ ਦੇ ਗੁਣ
ਦੇ ਦੇ ਮੰਗੈ ਸਹਿਸਾ ਗੁਣ। ਇੱਕ ਦਾਨ ਦੇ ਕੇ 1000 ਗੁਣਾ ਵੱਧ ਮੰਗ ਲੈਂਦੇ ਨੇ, ਉਹ ਵੀ ਪ੍ਰਵਾਨ ਨਹੀਂ। ਸੋਭ ਕਰੈ ਸੰਸਾਰ, ਇੱਕ ਐਸੇ ਦਾਤੇ ਨੇ, ਉਹ ਦਾਨ ਤਾਂ ਕਰਦੇ ਨੇ ਕਿ ਸੰਸਾਰ ਦੇ ਲੋਕ ਸਾਡੀ ਸ਼ੋਭਾ ਕਰਨ, ਸਾਡੀ ਵਡਿਆਈ ਹੋਵੇ। ਉਹ ਦਾਨ ਕੇਵਲ ਸ਼ੋਭਾ ਅਤੇ ਵਡਿਆਈ ਵਾਸਤੇ ਕਰਦੇ ਨੇ। ਜਿਹੜਾ ਸਤਿਗੁਰੂ ਹੈ ਇਹ ਇਹਨਾਂ 4 ਪ੍ਰਕਾਰ ਦੇ ਦਾਤਿਆਂ ਤੋਂ ਉੱਤਮ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਤੱਕ ਕਿਸੇ ਨੂੰ ਦਾਨ ਦੇ ਕੇ ਉਹਨੂੰ ਜਣਾਇਆ ਨਹੀਂ ਕਿ ਮੈਂ ਤੈਨੂੰ ਦਾਨ ਦਿੱਤਾ ਹੈ। ਵੇਖੋ ਕਲਗੀਧਰ ਦਸ਼ਮੇਸ਼ ਪਿਤਾ ਜਿਨ੍ਹਾਂ ਦੇ ਇਹ ਕੁਰਬਾਨੀ ਦੇ ਦਿਨ ਚੱਲ ਰਹੇ ਨੇ, ਕਿੰਨਾ ਕੁਛ ਗੁਰੂ ਸਾਹਿਬ ਨੇ ਖਾਲਸੇ ਨੂੰ, ਸੰਸਾਰ ਨੂੰ ਬਖਸ਼ਿਸ਼ ਕੀਤਾ। ਆਪਦੇ ਕੋਲ ਤਾਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ, ਸਭ ਕੁਝ ਹੀ ਮਹਾਰਾਜ ਨੇ ਗਰੀਬਾਂ 'ਚ ਵੰਡ ਦਿੱਤਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ। ਮਾਥੈ ਛਤਰ ਤਰੈ ਜਾ ਕੀ ਸ਼ੋਧ, ਜਗਤ ਕੋ ਲਾਗੈ ਤਾਂ ਪਰ ਤੁਹੀ ਡਰੈ। ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਵਿਆਂ ਨੂੰ ਉੱਚੇ ਚੁੱਕਿਆ, ਕਿਉਂਕਿ ਵੱਡਾ ਬੰਦਾ ਉਹ ਹੈ ਜਿਹੜਾ ਆਪ ਤੋਂ ਨੀਵੇਂ ਨੂੰ ਉੱਚਾ ਚੁੱਕੇ। ਇਸ ਲਈ ਸਤਿਗੁਰੂ ਕਲਗੀਧਰ ਜੀ ਦੀ ਦੁਨੀਆ ਵਿੱਚ ਕੋਈ ਬਰਾਬਰੀ ਨਹੀਂ ਕਰ ਸਕਦਾ। ਕੋਈ ਮਹਾਰਾਜ ਦਾ ਬਦਲ ਪੇਸ਼ ਨਹੀਂ ਹੋਇਆ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਿੰਨੀਆਂ ਬਖਸ਼ਿਸ਼ਾਂ ਕੀਤੀਆਂ, ਬਰਾਬਰਤਾ ਦਾ ਅਧਿਕਾਰ ਦਿੱਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਜਾਤ ਪਾਤ ਦਾ ਭੇਦ ਮਿਟਿਆ। ਸੋ इन गरीब सिखन को देवो पातशाही, ये याद करे हमारी गुरियाई। गरीबा सिखा नो पातशाह बनाया, ऐसी बख्शिश कोई कर सकता है? यो अंतरीब नाम ब्रह्म ज्ञान दियां दाता भी ये सच्चे सतगुरु जी तुसी सानू देन वाले हो जी। सब तो उत्तम तो श्री गुरु ग्रंथ साहिब जी की बाणी सानू बख्शी, कोई बाणी तो नहीं सुना सकता। ਜੇ ਗੁਰੂ ਸਾਹਿਬ ਨਾ ਹੁੰਦੇ, ਇਹ ਗੁਰਤਾ ਗੱਦੀ ਗੁਰਬਾਣੀ ਨੂੰ ਨਾ ਬਖਸ਼ਦੇ, ਆਪਾਂ ਅੱਜ ਪਖੰਡੀਆਂ ਦੇ ਪਿੱਛੇ ਪਿੱਛੇ ਤੁਰੇ ਫਿਰਨਾ ਸੀਗਾ। ਲੁੱਟ ਕੇ ਤਾਂ ਹੁਣ ਵੀ ਖਾ ਰਹੇ ਨੇ। ਅਤੇ ਜੇ ਮਹਾਰਾਜ ਦੀ ਬਾਣੀ ਸਾਡੇ ਕੋਲ ਨਾ ਹੁੰਦੀ ਫਿਰ ਦੱਸੋ ਸਾਡਾ ਕੀ ਬਣਦਾ। ਇਹੋ ਸੱਚਾ ਸਤਿਗੁਰੂ ਗੁਰਬਾਣੀ ਦਾ ਨਾਮ ਦਾ ਇਹ ਦਾਤਾ ਹੈ, ਅਤੇ ਗੁਰਬਾਣੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪਹੁੰਚਾ ਦਿੰਦੀ ਹੈ। ਦਰਸ਼ਨ ਦੇਖਾ ਸਗਲ ਦੁਖ ਨਾਸਾ ਹੈ। ਇਹ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਦੀਦਾਰ ਵੇਖ ਕੇ ਸਾਰੇ ਜੰਮਣ ਮਰਨ ਆਦਿਕ ਦੇ ਦੁੱਖ ਨਾਸ਼ ਹੋ ਜਾਂਦੇ ਹਨ। ਚਰਨ ਕਮਲ ਬਲਹਾਰਾ, ਇਸੇ ਕਰਕੇ ਮੈਂ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਤ ਪਰਮੇਸ਼ਰ ਸਤ ਸਾਧ ਜਨ। ਇਹ ਭਾਈ ਪਰਮੇਸ਼ਰ ਆਪ ਸੱਚ ਸਰੂਪ ਹੈ, ਉਸ ਉੱਪਰ ਨਿਸ਼ਚੈ ਕਰਨ ਵਾਲੇ ਸਾਧੂ ਸੰਤ ਅਤੇ ਭਗਤ ਜਨ ਵੀ ਸੱਚ ਸਰੂਪ ਹਨ। ਨਿਹਚਲ ਹਰ ਕਾ ਨਾਉ, ਅਤੇ ਚਿੱਤ ਨੂੰ ਅਚਲ ਕਰਨ ਵਾਲਾ ਵੀ ਹਰੀ ਪਰਮੇਸ਼ਰ ਦਾ ਨਾਮ ਹੀ ਹੈ, ਜਾਂ ਪਰਮੇਸ਼ਰ ਦਾ ਨਾਮ ਹੀ ਅਚਲ ਹੈ, ਜਾਂ ਪਰਮੇਸ਼ਰ ਆਪ ਸੱਚ ਸਰੂਪ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਸਤ ਪਰਮੇਸ਼ਰ ਸਤ ਸਾਧ ਜਨ। ਪਰਮੇਸ਼ਰ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਆ ਜੁਗਾਦ ਸੱਚ ਸਰੂਪ ਹੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਕੇ ਆਪਣਾ ਚਿੱਤ ਅਚਲ ਕਰ ਰਿਹਾ ਹੈ,
ਨਿਚਲ ਹਰਿ ਕਾ ਨਾਮ, ਹਰੀ ਦਾ ਨਾਮ ਜਪ ਕੇ ਚਿੱਤ ਨੂੰ ਨਿਸ਼ਚਲ ਕਰ ਲਿਆ। ਉਹ ਸਤ ਸਾਧ ਜਨ, ਸੰਤ ਭਗਤ ਜਨ ਵੀ ਸੱਚ ਸਰੂਪ ਹਨ। ਭਗਤ ਪਾਵਨੀ ਪਾਰ ਬ੍ਰਹਮ ਕੀ, ਪਾਪਾਂ ਤੇ ਪੁੰਨਾਂ ਤੋਂ ਪਰੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਸ਼ਰਧਾ ਦੇ ਨਾਲ ਕਰੋ। ਅਵਨਾਸੀ ਗੁਣ ਗਾਓ, ਅਤੇ ਉਸ ਨਾਸ਼ ਤੋਂ ਰਹਿਤ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਇਹ ਗੁਰਮੁਖੋ ਭਲਿਓ ਲੋਕੋ ਗਾਉਣਾ ਕਰੋ। ਅਗਮੇ ਅਗੋਚਰ ਮਿਤ ਨਹੀਂ ਪਾਈਐ, ਉਹ ਵਾਹਿਗੁਰੂ ਮਨ ਦੀ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਉਸ ਦੀ ਸ਼ਾਸਤਰ ਗਿਆਨ ਕਰਕੇ ਮਰਿਆਦਾ ਨਹੀਂ ਪਾਈ ਜਾ ਸਕਦੀ। ਸਗਲ ਘਟਾ ਆਧਾਰ, ਉਹ ਸਾਰਿਆਂ ਦੇ ਹਿਰਦਿਆਂ ਦਾ ਆਸਰਾ ਰੂਪ ਹੈ ਪਰਮੇਸ਼ਰ। ਨਾਨਕ ਵਾਹੋ ਵਾਹੋ ਕਹੋ ਤਾਂ ਕਉ, ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਤਿਸ ਪਰਮੇਸ਼ਰ ਨੂੰ ਆਸ਼ਚਰਜ ਤੋਂ ਆਸ਼ਚਰਜ ਰੂਪ ਕਰਕੇ ਕਥਨ ਕਰੋ। ਜਾਂ ਵਾਹੋ ਦਾ ਅਰਥ ਹੈ ਵਾਹਿਗੁਰੂ 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 ਨਾਮ ਜਪੋ। ਜਾ ਕਾ ਅੰਤ ਨਾ ਪਾਰ, ਜਿਸ ਪਰਮੇਸ਼ਰ ਦਾ ਆਰ ਪਾਰ ਲੋਕ ਪਰਲੋਕ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਪ੍ਰਕਾਰ ਨਾਨਕ ਵਾਹੋ ਵਾਹੋ ਕਹੋ ਤਾਂ ਕਉ, ਜਾ ਕਾ ਅੰਤ ਨਾ ਪਾਰ। ਜਿਸ ਪਰਮੇਸ਼ਰ ਦੇ ਪਾਰ ਉਰਵਾਰ ਦਾ ਅੰਤ ਨਹੀਂ ਪਾਇਆ ਜਾਂਦਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪਰਮੇਸ਼ਰ ਨੂੰ ਅਚਰਜ ਅਤੇ ਵਿਸਮਾਦ ਰੂਪ ਕਹੋ, ਜਾਂ ਵਿਸਮਾਦ ਤੇ ਸਭਨਾਂ ਦਾ ਪ੍ਰੇਰਕ ਕਥਨ ਕਰੋ, ਜਾਂ ਉਸਨੂੰ ਵਾਹਿਗੁਰੂ ਵਾਹਿਗੁਰੂ ਦੇ ਨਾਮ ਨਾਲ ਯਾਦ ਕਰਨਾ ਕਰੋ। ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਗੁਰ ਕੇ ਚਰਨ ਬਸੇ ਮਨ ਮੇਰਾ, ਹੇ ਭਾਈ ਸਤਿਗੁਰਾਂ ਦੇ ਪਵਿੱਤਰ ਚਰਨ ਸਾਡੇ ਮਨ ਵਿੱਚ ਚਿੱਤ ਵਿੱਚ ਵਸ ਗਏ ਹਨ। ਪੂਰ ਰਹਿਓ ਠਾਕੁਰ ਸਭ ਥਾਈ, ਜੋ ਠਾਕੁਰ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦਾ ਆਤਮਾ ਰੂਪ ਹੋ ਕੇ ਸਾਰੀਆਂ ਥਾਵਾਂ ਦੇ ਵਿੱਚ ਪਰਿਪੂਰਨ ਵਿਆਪਕ ਹੋ ਰਿਹਾ ਹੈ। ਜਲੇ ਹਰੀ ਥਲੇ ਹਰੀ, ਬਨੇ ਹਰੀ ਗਿਰੇ ਹਰੀ, ਗੁਫੇ ਹਰੀ ਛਿਤੇ ਹਰੀ ਨਭੇ ਹਰੀ। ਸੋ ਜ਼ਿਮੀ ਹਰੀ ਜ਼ਾਮਾ ਹਰੀ, ਅਕਾਲ ਹਰੀ ਅਪਾਲ ਹਰੀ, ਅਦੋਖ ਹਰੀ ਅਦਵੈਖ ਹਰੀ। ਇਉਂ ਕਲਗੀਧਰ ਜੀ ਨੇ ਤੋਹੀ 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 16 ਵਾਰ ਇੱਥੇ ਦਰਜ ਕੀਤਾ ਹੈ। ਉਚਾਰਿਆ ਤਾਂ 16,000 ਵਾਰ। ਸਤਿਗੁਰੂ ਮਹਾਰਾਜ ਜੀ ਦੀ ਸਮਾਧੀ ਲੱਗ ਗਈ 16,000 ਵਾਰ। ਜਦ ਸਮਾਧੀ ਖੁੱਲ੍ਹੀ ਕਹਿੰਦੇ ਗ੍ਰੰਥ ਤਾਂ ਇਹਦੇ ਨਾਲ ਭਰ ਜਾਊਗਾ। ਫਿਰ 16 ਵਾਰ ਹੀ ਲਿਖਿਆ। ਇਹੋ ਜਲ ਥਲ ਮਹੀਲ ਪੂਰਿਆ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਨਿਕਟ ਬਸਾਏ ਸਭ ਨੇਰਾ, ਸਭ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ
ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨ ਬੁਝੈ ਗਵਾਰੀ। ਸਭਨਾਂ ਦੇ ਹਿਰਦਿਆਂ ਦੇ ਵਿੱਚ ਵਸ ਰਹੀ ਹੈ, ਸਾਹ ਰਗ ਤੋਂ ਵੀ ਨੇੜੇ ਹੈ, ਨੀਰ ਹੈ ਨਾ ਹੀ ਦੂਰ, ਨਿਜਾਤ ਮੈਂ ਰਹਿਆ ਭਰਪੂਰ। ਨੇੜੇ ਤੋਂ ਨੇੜੇ ਵਸ ਰਿਹਾ ਹੈ। ਜਾਂ ਇਹ ਸਾਰੀਆਂ ਸ਼ਾਸਤਰਾਂ ਨੇ ਨਿਰਣਾ ਕੀਤਾ ਹੈ ਕਿ ਪਰਮੇਸ਼ਰ ਅਤਿਅੰਤ ਨਿਕਟਵਰਤੀ ਹੋ ਕੇ ਵਸ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਬੰਧਨ ਤੋਰ ਰਾਮ ਲਿਵ ਲਾਈ। ਜਦ ਗੁਰਾਂ ਨੇ ਮੇਰੀ ਰਾਮ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਲਾਈ, ਤਦ ਪਰਮੇਸ਼ਰ ਨੇ ਮੇਰੇ ਹੰਗਤਾ ਮਮਤਾ ਦੇ ਬੰਧਨ ਜੰਜਾਲ ਇਹ ਤੋੜ ਸੁੱਟੇ। ਸੰਤ ਸੰਗ ਬਨ ਆਈ। ਅਤੇ ਮੇਰੀ ਸਤਸੰਗ ਦੇ ਨਾਲ ਪ੍ਰੀਤੀ ਬਣ ਆਈ ਹੈ। ਜਨਮ ਪਦਾਰਥ ਭਇਓ ਪਨੀਤਾ। ਅਰ ਮੇਰਾ ਮਨੁੱਖਾ ਜਨਮ ਰੂਪ ਪਦਾਰਥ ਪਵਿੱਤਰ ਹੋ ਗਿਆ ਹੈ। ਇੱਛਾ ਸਗਲ ਪੁਜਾਈ। ਸਗਲ ਇੱਛਾ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ, ਮੇਰੀ ਸਾਰੀ ਇੱਛਾ ਵੀ ਪੂਰੀ ਹੋ ਗਈ ਹੈ। ਜਾਂ ਕਉ ਕਿਰਪਾ ਕਰੋ ਪ੍ਰਭ ਮੇਰੇ। ਇਹ ਮੇਰੇ ਪਰਮੇਸ਼ਰ ਜਿਸ ਉੱਪਰ ਤੁਸੀਂ ਆਪ ਮਿਹਰ ਦੀ ਦ੍ਰਿਸ਼ਟੀ ਕਰ ਦਿੰਦੇ ਹੋ ਜੀ। ਸੋ ਹਰ ਕਾ ਜਸ ਗਾਵੈ। ਇਹ ਹਰੀ ਪਰਮੇਸ਼ਰ ਉਹ ਪੁਰਖ ਆਪ ਜੀ ਦਾ ਜਸ ਕੀਰਤਨ ਗਾਉਂਦਾ ਹੈ। ਆਠ ਪਹਿਰ ਗੋਬਿੰਦ ਗੁਣ ਗਾਵੈ। ਜੋ ਅੱਠੇ ਪੈਰ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਜਨ ਨਾਨਕ ਸਦ ਬਲ ਜਾਵੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਦਾਸ ਉਹਦੇ ਤੋਂ ਸੈਂਕੜੇ ਵਾਰ ਸਦਾ ਬਲਿਹਾਰ ਜਾਂਦਾ ਹਾਂ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜੀਵਨ ਤਉ ਗਨੀਐ ਹਰ ਪੇਖਾ। ਹੇ ਪਰਮੇਸ਼ਰ, ਜੇਕਰ ਤੇਰੇ ਦੀਦਾਰ ਦੇਖਣਾ ਕਰੀਏ ਤਦ ਹੀ ਅਸਲ ਮਨੁੱਖਾ ਜਨਮ ਦੀ ਜ਼ਿੰਦਗੀ ਗਿਣੀ ਦੀ ਹੈ, ਜ਼ਿੰਦਗੀ ਸਫਲ ਗਿਣੀ ਦੀ ਹੈ। ਸਫਲ ਭਈ ਸਫਲ ਯਾਤਰਾ। ਇਹ ਜੀਵ ਯਾਤਰਾ ਕਰਨ ਆਏ ਨੇ ਸੰਸਾਰ ਦੀ, ਉਹਨਾਂ ਦੀ ਸਫਲ ਹੈ। ਆਵਣ ਜਾਣ ਰਹੇ ਮਿਲੇ ਸਾਧਾ। ਜੋ ਸਾਧਾਂ ਦੇ ਨਾਲ ਮਿਲੇ, ਸੰਗਤ ਦੇ ਵਿੱਚ ਮਿਲ ਕੇ ਪ੍ਰਭੂ ਦਾ ਨਾਮ ਜਪਦੇ ਨੇ, ਇਸ ਲਈ ਤਾਂ ਹੀ ਗਿਣਤੀ ਵਿੱਚ ਆ, ਨਹੀਂ ਤੇ ਫਜ਼ੂਲ ਦਾ ਇਹ ਆਉਣਾ ਹੈ। ਮਹਾਰਾਜ ਕਹਿੰਦੇ ਆਇਆ ਸਫਲ ਤਾਹੂ ਕੋ ਗਨੀਏ। ਆਉਣਾ ਉਹਦਾ ਮਨੁੱਖਾ ਜਨਮ ਧਾਰ ਕੇ ਉਹਦਾ ਸਫਲ ਗਿਣੀਦਾ ਹੈ। ਆਇਆ ਸਫਲਤਾ ਕੋ ਗਣੀਏ। ਜਾਸ ਰਸਨ ਹਰ ਹਰ ਜਸ ਭਣੀਏ। ਆਏ ਬਸੈ ਸਾਧੂ ਕੈ ਸੰਗੇ, ਹਰ ਹਰ ਨਾਮ ਧਿਆਵੈ ਰੰਗੇ। ਜਿਹੜਾ ਰਸਨਾ ਦੇ ਨਾਲ ਸਾਧੂ ਦੀ ਸੰਗਤ 'ਚ ਬੈਠ ਕੇ ਪਿਆਰ ਸ਼ਰਧਾ ਸਤਿਕਾਰ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ, ਉਹਦਾ ਜ਼ਿੰਦਗੀ ਲੈ ਕੇ ਆਉਣਾ ਸਫਲ ਗਿਣੀਦਾ ਹੈ। ਕਰਹੁ ਕਿਰਪਾ ਪ੍ਰੀਤਮ ਮਨ ਮੋਹਨਾ। ਇਹ ਸਾਰਿਆਂ ਦੇ ਮਨਾਂ ਨੂੰ ਮੋਹਿਤ ਕਰਨ ਵਾਲੇ ਪਰਮ ਪ੍ਰੇਮ ਦੇ ਆਸਪਦ ਪਰਮੇਸ਼ਰ ਸਾਡੇ ਉੱਤੇ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਕਰੋ ਜੀ। ਹੋਰ ਪਰਮ ਕੀ ਰੇਖਾ। ਔਰ ਮੇਰੇ ਹਿਰਦੇ ਵਿੱਚੋਂ ਭਰਮ ਦੀ ਲਕੀਰ ਫੋੜ ਕੇ ਤੋੜ ਕੇ ਭਾਵ ਮਿਟਾ ਦੇਣਾ ਕਰੋ। ਜਾਂ ਫੁੱਲਿਆਂ ਦੀ ਤਰ੍ਹਾਂ ਨਿਕਲੀ ਹੋਈ ਭਰਮ ਦੀ ਲਕੀਰ ਨੂੰ ਮਿਟਾ ਦੇਣਾ ਕਰੋ ਜੀ। ਰਹਾਉ
ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਕਹਿਤ ਸੁਨਤਾ ਕਿਸ ਸਾਤ ਨ ਉਪਜਤ। ਆਪਣੇ ਆਪ ਨੂੰ ਕਹੀ ਜਾਣਾ ਵੀ ਆਪਾਂ ਸਿੰਘ ਸਾਹਿਬ ਹਾਂ ਜੀ। ਸਾਹਿਬ ਤਾਂ ਪਰਮੇਸ਼ਰ ਹੈ, ਅਸੀਂ ਤਾਂ ਸਿੰਘ ਵੀ ਨਹੀਂ ਹਾਂ। ਮਹਾਰਾਜ ਨੇ ਆਖਿਆ ਹੈ, ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਹੀ ਨ ਭੇਵ। ਅਸੀਂ ਕਿਧਰੋਂ ਸਿੰਘ ਸਾਹਿਬ ਬਣ ਗਏ ਬਈ। ਸਤਿਗੁਰੂ ਨਾਨਕ ਦੇਵ ਜੀ ਨੇ ਤਾਂ ਆਪਣੇ ਨਾਮ ਦੇ ਨਾਲ ਖੁਦ ਆਪ ਕੋਈ ਤਖੱਲਸ ਨਹੀਂ ਲਗਾਇਆ। ਆਪਾਂ ਘਰ ਬਣਾ ਕੇ ਸਭ ਤੋਂ ਪਹਿਲਾਂ ਆਪਣੇ ਨਾਮ ਦੀ ਫੱਟੀ ਲਾਉਂਦੇ ਆ, ਔਰ ਉਹਦੇ 'ਤੇ ਕਈ ਡਿਗਰੀਆਂ ਲਿਖੀਆਂ ਹੁੰਦੀਆਂ ਨੇ। ਆਪਣੇ ਆਪ 'ਚ ਵੱਡੇ ਬਣਨ ਦੀ ਕੋਸ਼ਿਸ਼ ਕਰਦੇ ਆ, ਪਰ ਆਨੰਦਤਾ ਤਾਂ ਹੈ ਜੇ ਕੋਈ ਦੂਸਰਾ ਸਾਨੂੰ ਆਖੇ। ਆਪਣੇ ਆਪ ਦਾ ਤਾਂ ਮਤਲਬ ਹੀ ਕੋਈ ਨਹੀਂ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਨਾਨਕ ਨੀਚ ਕਹੈ ਵਿਚਾਰ, ਨਿਮਰਤਾ ਵਾਲੇ ਬਚਨ। ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰ। ਦਾਸ ਆਖਿਆ, ਗੋਬਿੰਦ ਦਾਸ ਤੁਹਾਰ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਸਾਨੂੰ ਪਤਾ ਨਹੀਂ ਕਿੰਨੇ ਸਿਖਾਤਾ, ਮੈਂ ਤਾਂ ਹੈਰਾਨ ਹਾਂ ਲੋਕਾਂ ਦੇ। ਆਪਣੇ ਆਪ ਨੂੰ ਫਲਾਣੇ ਸੰਤ ਫਲਾਣੀ ਜਗ੍ਹਾ ਵਾਲੇ, ਉਹ ਮੇਰੇ ਵਰਗੇ ਮਸ਼ਹੂਰੀ ਖਾਤਰ ਜੇ ਤਾਂ ਇੱਥੇ ਬੋਲਣਾ ਹੋਵੇ ਤਾਂ ਲਿਖਾਉਣਗੇ ਅੰਮ੍ਰਿਤਸਰ ਵਾਲੇ ਜਾਂ ਕਿਸੇ ਹੋਰ ਜਗ੍ਹਾ ਵਾਲੇ। ਜੇ ਅੰਮ੍ਰਿਤਸਰ ਬੋਲਣਾ ਹੋਵੇ ਕਹਿਣਗੇ ਚੰਡੀਗੜ੍ਹ ਵਾਲੇ। ਕਈ ਰਹੇ ਭਾਵੇਂ ਇੱਕ ਦਿਨ ਵੀ ਨਾ ਹੋਣ ਕਿਸੇ ਜਗ੍ਹਾ 'ਤੇ, ਉਹ ਨਾਮ ਦੇ ਨਾਲ ਆਪਦੇ ਉਹ ਕਨੇਡਾ ਵਾਲੇ, ਅਮਰੀਕਾ ਵਾਲੇ, ਸਿੰਗਾਪੁਰ ਵਾਲੇ। ਤੋ ਇਸ ਤਰੀਕੇ ਦੇ ਨਾਲ ਇਹ ਦੁਨੀਆ ਦਾ ਸਟੰਟ ਹੈ, ਮਸ਼ਹੂਰੀ ਖਾਤਰ ਸਭ ਕੁਛ ਕਰਦੇ ਨੇ। ਜਿਹੜਾ ਮਾਲਕ ਹੈ ਉਹ ਤਾਂ ਪਰਮੇਸ਼ਰ ਹੈ। ਤੋ ਆਪਾਂ ਤਾਂ ਉਹਦੇ ਚਰਨਾਂ ਦੇ ਦਾਸ ਆ, ਅਤੇ ਜਿਨ੍ਹਾਂ 'ਚ ਵੱਡੇ ਬਣਨ ਦੀ ਕੋਸ਼ਿਸ਼ ਕੀਤੀ ਹੈ ਉਹ ਤਾਂ ਸਾਧ ਸੰਗਤ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਆਪਦੇ ਮੁਖ ਤੋਂ ਸਲਾਹੀ ਹੈ, ਉਹ ਤਾਂ ਸਭ ਤੋਂ ਵੱਡੀ ਹੈ। ਇਸ ਵਾਸਤੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕਰਹੁ ਕਿਰਪਾ ਪ੍ਰੀਤਮ ਮਨ ਮੋਹਨ। ਸਾਰਿਆਂ ਦੇ ਮਨਾਂ ਨੂੰ ਮੋਹਿਤ ਕਰਨ ਵਾਲੇ ਪਰਮ ਪ੍ਰੇਮ ਦੇ ਆਸਪਦ ਪਰਮੇਸ਼ਰ ਸਾਡੇ ਉੱਤੇ ਮਿਹਰ ਭਰੀ ਦ੍ਰਿਸ਼ਟੀ ਕਰੋ ਜੀ। ਹੋਰ ਭਰਮ ਕੀ ਰੇਖਾ, ਮੇਰੇ ਹਿਰਦੇ ਵਿੱਚੋਂ ਭਰਮ ਦੀ ਲਕੀਰ ਫੋੜ ਦੇਵੋ, ਤੋੜ ਦੇਵੋ ਜੀ। ਫੁੱਲਿਆਂ ਦੀ ਤਰ੍ਹਾਂ ਨਿਕਲੀ ਹੋਈ ਭਰਮ ਦੀ ਲਕੀਰ ਨੂੰ ਮਿਟਾ ਦੇਣਾ ਕਰੋ ਜੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਹਿਤ ਸੁਨਤ ਕਿਸ ਸ਼ਾਂਤ ਨ ਉਪਜਤ। ਹਾਂ, ਮੈਨੂੰ ਬੋਲਦਿਆਂ ਚੇਤਾ ਭੁੱਲ ਜਾਂਦਾ ਵੀ ਮੈਂ ਕੀ ਬੋਲ ਰਿਹਾ ਸੀਗਾ। ਇੱਥੇ ਆਪਾਂ ਕਥਾ ਕਰ ਰਹੇ ਸੀਗੇ, ਜਿਹੜਾ ਆਪਣੇ ਆਪ ਨੂੰ ਕਹੀ ਜਾਣਾ ਵੀ ਮੈਂ ਬ੍ਰਹਮ ਹਾਂ, ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਨਿਸ਼ੰਗ ਭੋਗ ਲక్ష్ਮੀ, ਨਿਸ਼ੰਗ ਹੋ ਕੇ ਲక్ష్ਮੀ ਨੂੰ ਭੋਗੋ। ਜੜ ਅਤੇ ਚੇਤਨ ਮਾਇਆ ਜਿੰਨਾ ਮਰਜ਼ੀ ਆਨੰਦ ਲਓ। ਅਹੰ ਬ੍ਰਹਮ ਅਕਰੇ, ਨਿਸ਼ੰਗ ਖਾ ਬੱਕਰੇ। ਅਸੀਂ ਖੁਦ ਬ੍ਰਹਮ ਹਾਂ ਅਤੇ ਜੋ ਮਰਜ਼ੀ ਬੱਕਰੇ ਛਤਰੇ ਖਾਈ ਜਾਓ। ਆਪਣੇ ਆਪ ਨੂੰ ਤਾਂ ਰੱਬ ਮੰਨਣਾ, ਜਿਹੜੇ ਦੂਜੇ ਨੇ ਉਹਨਾਂ ਨੂੰ ਬੰਦੇ ਵੀ ਨਹੀਂ ਜਾਣਨਾ। ਕਿਸੇ ਨੂੰ ਤਾਂ ਰੱਬ ਮੰਨੀ ਜਾਣਾ, ਆਪਣੇ ਆਪ ਨੂੰ ਤਾਂ ਰੱਬ ਮੰਨੀ ਜਾਣਾ, ਜਾਂ ਕਿਸੇ ਦੇ ਰੱਬ ਵਰਗੀ ਸ਼ਰਧਾ ਕਰਨੀ ਅਤੇ ਹੋਰਨਾਂ ਨੂੰ ਉਹ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਵੀ ਨਹੀਂ ਸਮਝਣਾ। ਇਸ ਤਰ੍ਹਾਂ ਦਾ ਗੱਲ ਨਹੀਂ ਨਾ ਬਣਦੀ। ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸਤਿਕਾਰ ਚਾਹੁੰਦੇ ਹਾਂ ਜਾਂ ਆਪਦੇ ਹਿਤੂਆਂ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਦੂਜੇ ਵੀ ਤਾਂ ਰੱਬ ਦੇ ਬੰਦੇ ਹੀ ਨੇ। ਤਾਂ ਇਸ ਵਾਸਤੇ ਇਸ ਤਰ੍ਹਾਂ ਦਾ ਸੁਭਾਅ ਨਹੀਂ ਹੋਣਾ ਚਾਹੀਦਾ।
ਆਪਣੇ ਆਪ ਨੂੰ ਵੱਡਾ ਕਹਿਣਾ ਅਤੇ ਚੇਲਿਆਂ ਤੋਂ ਆਪਣੇ ਆਪ ਦੀ ਉਸਤਤੀ ਸੁਣਨ ਦਾ ਸੁਭਾਅ ਹੋਣਾ, ਇਹ ਮਨੁੱਖ ਦੀ ਫਿਤਰਤ ਹੈ। ਸਾਡੇ ਮੂੰਹ 'ਤੇ ਜਦ ਕੋਈ ਸਾਡੀ ਉਸਤਤੀ ਕਰੇ ਜਾਂ ਦੂਜੇ ਦੀ ਨਿੰਦਿਆ ਕਰੇ, ਅਸੀਂ ਬਹੁਤ ਖੁਸ਼ ਹੁੰਦੇ ਹਾਂ। ਮਹਾਰਾਜ ਕਹਿੰਦੇ ਨੇ, ਆਪੋ ਅਹੰ ਬ੍ਰਹਮਸਮੀ ਕਹਿਣ ਅਤੇ ਹੋਰਨਾਂ ਚੇਲਿਆਂ ਤੋਂ ਸੁਣਨ ਨਾਲ ਕਿਛ ਸਾਤ ਨਾ ਉਪਜਤ, ਕੁਝ ਵੀ ਚਿੱਤ ਵਿੱਚ ਸ਼ਾਂਤੀ ਪੈਦਾ ਨਹੀਂ ਹੁੰਦੀ ਹੈ। ਬਿਨ ਵਿਸਾਸ ਕਿਆ ਸਿੱਖਾਂ, ਭਰੋਸਾ ਧਾਰਨ ਕਰਨ ਤੋਂ ਬਿਨਾਂ ਸਿੱਖਾਂ ਬਾਕੀ ਉਸ ਦੇ ਕੀ ਚੀਜ਼ ਹੈ, ਭਾਵ ਕੁਝ ਵੀ ਨਹੀਂ ਹੈ। ਐਵੇਂ ਸ਼ੇਖੀਆਂ ਮਾਰਨ ਨਾਲ, ਫੜਾਂ ਮਾਰਨ ਨਾਲ, ਜਿਹਨੂੰ ਅੱਜ ਕੱਲ੍ਹ ਦੀ ਠੇਠ ਪੰਜਾਬੀ 'ਚ ਫੁਕਰੇਬਾਜ਼ੀ, ਐਵੇਂ ਹਵਾ ਦੇ ਗੁਬਾਰੇ ਫੂਕੇ ਹੀ ਛੱਡੀ ਜਾਣੇ। ਆਪਣੀ ਵਡਿਆਈ ਕਰਨ ਦੇ ਵਿੱਚ ਭਲਾ ਕੀ ਲਾਭ ਹੈ, ਦੱਸੋ ਬਈ? ਕੁਝ ਮਿਲਣਾ ਹੈ? ਵੱਡੇ ਬਣਨ ਦੇ ਨਾਲ ਕੁਝ ਵੀ ਨਹੀਂ ਮਿਲਣਾ। ਤੋ ਇੰਝ ਝੂਠੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਫਜ਼ੂਲ ਦੀਆਂ ਬਾਤਾਂ ਨਹੀਂ ਮਾਰਨੀਆਂ ਚਾਹੀਦੀਆਂ। ਗੱਲ ਉਹ ਕਰੀਏ ਜਿਹੜੀ ਸੋਲਿਡ ਹੋਵੇ ਔਰ ਜਿਹਦੇ 'ਤੇ ਅਸੀਂ ਸੰਪੂਰਨ ਤੌਰ 'ਤੇ ਨਿਭ ਸਕੀਏ। ਪ੍ਰਭੂ 'ਤੇ ਭਰੋਸਾ ਕਰਨ ਤੋਂ ਬਿਨਾਂ ਹੋਰ ਸਿੱਖਿਆ ਦੇਣ ਦਾ ਭਲਾ ਕੀ ਲਾਭ ਹੈ, ਭਾਵ ਕੁਝ ਵੀ ਲਾਭ ਨਹੀਂ। ਆਪਣੇ ਆਪ ਨੂੰ ਸਿੱਖਾ, ਸ਼ੇਖ, ਬਿਰਧ ਜਾਤੀ ਵਾਲਾ ਕਹਾ ਲਿਆ ਤਾਂ ਕੀ ਵੱਡਾ ਹੋ ਗਿਆ? ਮਤਲਬ ਕੁਝ ਵੀ ਪੱਲੇ ਤਾਂ ਕੱਖ ਹੈ ਨਹੀਂ। ਉੱਚਾ ਕਹਾ ਕੇ ਕੀ ਆਖੂਗਾ? ਕੋਈ ਗੁਣ ਹੀ ਨਹੀਂ ਹੈ। ਸਿੱਖਾ ਚਾਹੋ ਚੱਕਿਆ ਚਾਹੋ ਵਾਇਆ, ਇਹੋ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਓ, ਹੋਏ ਰਹੋ ਮਹਿਮਾਨ। ਸੋ ਇਉਂ ਆਪਣੇ ਆਪ ਨੂੰ ਪ੍ਰਾਹੁਣਾ ਸਮਝੋ ਭਾਈ, ਅਤੇ ਨਿਮਰਤਾ ਦੇ ਵਿੱਚ ਰਹਿਣਾ ਕਰੋ। ਪ੍ਰਭੂ ਤਿਆਗ ਆਨ ਜੋ ਚਾਹਤ, ਪਰਮੇਸ਼ਰ ਨੂੰ ਛੱਡ ਕੇ ਜਿਹੜਾ ਪੁਰਖ ਦਵੈਤ ਵਾਲੇ ਹੋਰਨਾਂ ਪਦਾਰਥਾਂ ਨੂੰ ਚਾਹੁੰਦਾ ਹੈ, ਤਾਕੈ ਮੁਖ ਲਾਗੈ ਕਾ ਲੇਖਾ, ਉਸ ਦੇ ਮੂੰਹ 'ਤੇ ਕਾਮ ਆਦਿਕ ਵਿਸ਼ਿਆਂ ਦੇ ਕਲੰਕ ਲੱਗੇ ਰਹਿੰਦੇ ਨੇ, ਜਾਂ ਪਾਪ ਰੂਪੀ ਕਾਲਕ ਲੱਗੀ ਰਹਿੰਦੀ ਹੈ। ਜਾ ਕੈ ਰਾਸ ਸਰਬ ਸੁਖ ਸੁਆਮੀ, ਜਿਸ ਦੇ ਕੋਲ ਸ਼ਰਧਾ ਰੂਪੀ ਪੂੰਜੀ ਹੈ ਜਾਂ ਸਾਰਿਆਂ ਨੂੰ ਸੁੱਖ ਦੇਣ ਵਾਲੇ ਮਾਲਕ ਪਰਮੇਸ਼ਰ ਦੇ ਨਾਮ ਦੀ ਜਿਸ ਦੇ ਕੋਲ ਪੂੰਜੀ ਹੈ, ਆਨ ਨਾ ਮਾਨਤ ਭੇਖਾ, ਉਹ ਹੋਰਨਾਂ ਪਖੰਡ ਵਾਲੇ ਲਿਬਾਸਾਂ ਨੂੰ ਮੰਨਦਾ ਨਹੀਂ ਹੈ। ਨਾਨਕ ਦਰਸ ਮਗਨ ਮਨ ਮੋਹਿਓ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਦਾ ਵਾਹਿਗੁਰੂ ਦੇ ਦਰਸ਼ਨਾਂ ਦੇ ਵਿੱਚ ਚਿੱਤ ਮਸਤ ਹੋ ਕੇ ਮੋਹਿਆ ਗਿਆ ਹੈ, ਪੂਰਨ ਅਰਥ ਵਿਸੇਖਾ, ਉਹ ਵਿਸ਼ੇਸ਼ ਕਰਕੇ ਜਾਂ ਸਾਰੇ ਪਦਾਰਥਾਂ ਦੇ ਨਾਲ ਪੂਰਿਤ ਹੋ ਗਿਆ ਹੈ, ਜਾਂ ਉਹਨੇ ਵਿਸ਼ੇਸ਼ ਕਰਕੇ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਬ੍ਰਹਮਾਨੰਦ ਰੂਪੀ ਪਦਾਰਥ ਪਾ ਲਿਆ ਹੈ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਬਖਸ਼ਦੇ ਨੇ। ਸਿਮਰਨ ਰਾਮ ਕੋ ਇੱਕ ਨਾਮ, ਔਰ ਰਾਮ ਦਾ ਨਾਮ ਕਿਹੜਾ ਹੈ? ਉੱਚੀ ਬੋਲੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਨਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਨਾਮ ਮਰਜ਼ੀ ਆਵੇ ਉਹਦਾ ਅਰਥ ਵਾਹਿਗੁਰੂ ਹੀ ਹੈ। ਇਹ ਭਾਈ ਇੱਕ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਹੀ ਸੁੱਖ ਹੈ। ਤੁਸੀਂ ਪਰਮੇਸ਼ਰ ਦਾ ਵਾਹਿਗੁਰੂ ਨਾਮ ਸਿਮਰਨਾ ਕਰੋ। ਵਾਹਿਗੁਰੂ ਕੇ ਮੰਤਰ ਬਿਨ ਜਪੈ ਔਰ ਕੋਈ ਜਾਪ, ਸੋ ਸਾਖਤ ਸਿੱਖ ਮੂਲ ਨ ਹੈ, ਬਚਨ ਹੈ ਸ੍ਰੀ ਮੁਖ ਵਾਕ। ਇਉਂ ਨਿੰਦਿਆ ਤਾਂ ਕਿਸੇ ਨਾਮ ਦੀ ਨਹੀਂ ਕਰਨੀ, ਪਰ ਸਾਡੇ ਗੁਰੂ ਨੇ ਸਾਨੂੰ ਜਪਣ ਲਈ ਵਾਹਿਗੁਰੂ ਮੰਤਰ ਬਖਸ਼ਿਆ, ਇਸ ਲਈ ਵਾਹਿਗੁਰੂ ਨਾਮ ਸਭ ਤੋਂ ਉੱਤਮ ਹੈ। ਕੀਰਤਮ ਨਾਮ ਕਥੀ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੁਰਬ ਲਾਇ।
ਕਲਮਲ ਦਗਦ ਹੋਏ ਖੇਨ ਅੰਤਰ। ਜੇ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਪੋਗੇ ਤਾਂ ਇੱਕ ਛਿਣ ਦੇ ਅੰਦਰ ਸਾਰੇ ਪਾਪ ਜਾਂ ਸਾਰੀ ਕਲਵਾਹਟ ਪਾਉਣ ਵਾਲੇ ਕਲਯੁਗ ਦੇ ਮੈਲ ਰੂਪੀ ਪਾਪ ਜਾਂ ਕਲ ਝਗੜਾ ਅਤੇ ਅਵਿਦਿਆ ਰੂਪੀ ਮੈਲ ਇਤਿਆਦਿਕ ਸਭ ਨਾਮ ਰੂਪ ਅਗਨੀ ਦੇ ਨਾਲ ਸੜ ਜਾਣਗੇ, ਸੜ ਕੇ ਸਵਾਹ ਹੋ ਜਾਣਗੇ। ਘੋਰ ਦੁਖੀਆਂ ਅਨਕ ਹਤਿਆਂ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਦ ਸਗਲ ਸਿਮਰੰਦ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਧ। ਜਿੰਨਾ ਵੱਡਾ ਲੱਕੜਾਂ ਦਾ ਢੇਰ ਹੋਵੇ ਅੱਗ ਓਨੀ ਨਹੀਂ ਚਾਹੀਦੀ। ਅੱਗ ਦੀ ਤਾਂ ਇੱਕ ਚੰਗਿਆੜੀ ਬਹੁਤ ਹੈ, ਛੋਟੀ ਜਿਹੀ ਤੀਲੀ ਵੀ ਬਹੁਤ ਹੈ। ਪੈਟਰੋਲ ਪੰਪਾਂ 'ਤੇ ਲਿਖ ਕੇ ਲਾਇਆ ਹੁੰਦਾ ਵੀ ਇੱਥੇ ਅਗਨੀ ਸੁਲਗਾਉਣੀ ਮਨ੍ਹਾ ਹੈ। ਛੋਟੀ ਜਿਹੀ ਚੰਗਿਆੜੀ ਵੀ ਬੜਾ ਵੱਡਾ ਨੁਕਸਾਨ ਕਰ ਸਕਦੀ ਹੈ। ਇੰਝ ਭਾਵੇਂ ਭਿਆਨਕ ਦੁੱਖ ਚੰਬੜੇ ਹੋਣ, ਅਨੇਕਾਂ ਹੱਤਿਆਵਾਂ ਦਾ ਦੋਸ਼ ਚੜ੍ਹਿਆ ਹੋਵੇ, ਜਨਮਾਂ ਜਨਮਾਂਤਰਾਂ ਦਾ ਦਲਿੱਦਰ ਗਰੀਬੀ ਗਲ ਪਈ ਹੋਵੇ, ਬੜੇ ਬੜੇ ਬੱਜਰ ਭਾਵ ਸਿਰ ਉੱਪਰ ਚੜ੍ਹੇ ਹੋਣ, ਆਗ ਲਗਾਏ ਬਿਖ ਦੇਵਈ। 6 ਬੱਜਰ ਪਾਪ ਨੇ। ਅਤਤਾਈ ਪਾਪ ਜਿਹਨੂੰ ਕਹਿੰਦੇ ਨੇ, ਸੰਤ ਕਾ ਨਿੰਦਕ ਮਹਾ ਅਤਤਾਈ। ਕਿਹੜੇ ਬੱਜਰ ਪਾਪ ਨੇ? ਆਗ ਲਗਾਏ ਬਿਖ ਦੇਵਈ, ਕਿਸੇ ਨੂੰ ਅੱਗ ਲਾ ਕੇ ਸਾੜ ਦੇਣਾ, ਜਾਂ ਕਿਸੇ ਦੇ ਘਰ ਨੂੰ ਅੱਗ ਲਾ ਕੇ, ਜਾਂ ਕਿਸੇ ਦੀ ਫਸਲਵਾੜੀ ਨੂੰ। ਅੱਜ ਕੱਲ੍ਹ ਲੋਕਾਂ ਦਾ ਦਿਮਾਗ ਭੌਂ ਗਿਆ, ਇੰਨੇ ਸ਼ਦਾਈ ਹੋ ਗਏ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਵੀ ਨਹੀਂ ਡਰਦੇ। ਅੱਜ ਤੱਕ ਇਹ ਨਹੀਂ ਮੈਂ ਕਦੀ ਅਖਬਾਰ 'ਚ ਪੜ੍ਹਿਆ ਵੀ ਕਿਸੇ ਦੇ ਘਰ ਨੂੰ ਆਪਣੇ ਆਪ ਅੱਗ ਲੱਗ ਗਈ ਹੋਵੇ। ਕੁਛ ਨਾ ਕੁਛ ਕਾਰਨ ਹੁੰਦਾ ਹੈ। ਪਰ ਸੁੱਖ ਆਸਣ ਵਾਲੇ ਰੂਮ 'ਚ ਹੀ ਪਤਾ ਨਹੀਂ ਕਿਉਂ ਸਰਕਟ ਸ਼ਾਰਟ ਹੁੰਦਾ ਹੈ। ਮਹਾਰਾਜ ਦੇ ਘਰ ਇੰਨੀ ਸੋਹਣੀ ਰਚਨਾ ਹੈ, ਇੰਨਾ ਸਭ ਕੁਛ ਹੈ, ਵੀ ਇੱਥੇ ਹੀ ਸਰਕਟ ਸ਼ਾਰਟ ਕਿਉਂ ਹੋਇਆ, ਕਿਤੇ ਹੋਰ ਕਿਉਂ ਨਹੀਂ ਹੋਇਆ। ਕਹਿਣ ਦਾ ਭਾਵ ਇਹ ਹੈ ਵੀ ਸ਼ਰਾਰਤ ਕਿਸੇ ਸ਼ਰਾਰਤੀ ਅਨਸਰ ਨੇ ਕਰਨੀ, ਅਤੇ ਬਹੁਤਾ ਜ਼ਿਆਦਾ ਸੰਗਤ ਰੋਹ 'ਚ ਨਾ ਆਵੇ, ਇਹ ਬਹਾਨਾ ਲਾ ਦੇਣਾ ਵੀ ਸਰਕਟ ਸ਼ਾਰਟ ਹੋ ਗਿਆ। ਹੋ ਵੀ ਸਕਦਾ। ਮੈਂ ਤਾਂ ਹਮੇਸ਼ਾ ਇਹੀ ਬੇਨਤੀ ਕਰਦਾ, ਪਹਿਲਾਂ ਸੋਚੀਦਾ ਸੀਗਾ ਬਈ ਗੁਰੂ ਮਹਾਰਾਜ ਦੇ ਉੱਪਰ 8 ਪੈਰ ਪੱਖਾ ਚੱਲਣਾ ਚਾਹੀਦਾ, ਪਰ ਹੁਣ ਬੰਦ ਕਰ ਦਈਦਾ ਹੈ। ਕਿਉਂਕਿ ਕੋਈ ਵੀ ਚੀਜ਼ ਜਿੰਨੀ ਮਰਜ਼ੀ ਵਧੀਆ ਕੰਪਨੀ ਦੀ ਹੈ, ਉਹ ਜੇ ਦਿਨ ਰਾਤ ਹੀ ਮੂਵ ਕਰਦੀ ਰਹੋ, ਆਖਰ ਉਹਦੀ ਲਾਈਫ ਹੈ। ਹੈਵਲ ਕੰਪਨੀ ਕਿੰਨੀ ਵਧੀਆ ਮੰਨੀ ਹੈ, ਇਹਦਾ ਪੱਖਾ ਮੈਂ ਮੋਲਡ ਹੋਇਆ ਆਪਦੀ ਅੱਖਾਂ ਨਾਲ ਵੇਖਿਆ, ਫਿਰ ਬਾਅਦ 'ਚ ਬੰਦ ਕਰਨ ਲੱਗ ਪਏ। ਏਸੀ ਆਦਿਕ ਉਹ ਗਰਮ ਹੋ ਜਾਂਦੇ ਨੇ। ਕਾਰਾਂ ਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਕਾਰਾਂ ਨੇ, ਉਹ ਵੀ ਕਾਰਾਂ ਕਈ ਵਾਰ ਏਸੀ ਚਲਾਉਣ ਦੇ ਨਾਲ ਲੋਡ ਬਣਦੀਆਂ, ਸ਼ਾਰਟ ਹੋ ਜਾਂਦੀਆਂ। ਤਾਂ ਇਸ ਲਈ ਖਿਆਲ ਤਾਂ ਰੱਖਣਾ ਚਾਹੀਦਾ ਹੈ। ਅਤੇ ਪਰ ਜਿਹੜਾ ਜਾਣ ਬੁੱਝ ਕੇ ਇਸ ਤਰ੍ਹਾਂ ਕਰਨਾ ਹੈ, ਧੀਆਂ ਭੈਣਾਂ ਦੇ ਸਰੀਰਾਂ ਨੂੰ ਅੱਗ ਲਾ ਕੇ ਖ਼ਤਮ ਕਰ ਦੇਣਾ, ਕਿਸੇ ਦੀ ਫਸਲ ਨੂੰ, ਕਿਸੇ ਦੀ ਵਾੜੀ ਨੂੰ, ਜਾਂ ਕਿਸੇ ਗਰੀਬ ਦੀਆਂ ਝੁੱਗੀਆਂ ਝੌਂਪੜੀਆਂ ਨੂੰ। ਆ ਫਰਨੀਚਰ ਮਾਰਕੀਟ ਸ਼ਰਾਰਤੀ ਬੰਦੇ ਬੜੇ ਬੜੇ ਬੈਠੇ ਨੇ, ਫਜ਼ੂਲ ਦਾ ਹੀ ਸੋ ਲੋਕਾਂ ਦਾ ਨੁਕਸਾਨ ਕਰਕੇ ਖੁਸ਼ ਹੁੰਦੇ ਨੇ, ਮਿਲਣਾ ਕੁਛ ਵੀ ਨਹੀਂ, ਦੂਜੇ ਦੀ ਤਰੱਕੀ ਨਹੀਂ ਵੇਖ ਸਕਣੀ। ਇਹ ਬੱਜਰ ਅਤਤਾਈ ਪਾਪ ਹੈ। ਕਿਸੇ ਨੂੰ ਜ਼ਹਿਰ ਦੇ ਕੇ ਖ਼ਤਮ ਕਰ ਦੇਣਾ। ਆਗ ਲਗਾਏ ਬਿਖ ਦੇਵਈ, ਸ਼ਸਤਰਹੀਨ ਕੋ ਮਾਰ, ਨਿਹੱਥੇ 'ਤੇ ਵਾਰ ਕਰਨਾ, ਮਾਰ ਦੇਣਾ, ਸੁੱਤੇ ਪਏ ਨੂੰ ਮਾਰ ਦੇਣਾ, ਅਣਭੋਲ ਹੀ ਪਿੱਛੋਂ ਵਾਰ ਕਰਨਾ, ਸ਼ਸਤਰਹੀਨ ਕੋ ਮਾਰ। ਅਤੇ ਧਨ ਧਾਰਾ ਭੂਮੀ ਹਿਰੈ, ਕਿਸੇ ਦਾ ਧਨ ਚੁਰਾ ਲੈਣਾ, ਜਾਂ ਪੈਸੇ ਲੈ ਕੇ ਮੁੜ ਕੇ ਮੋੜਨੇ ਹੀ ਨਹੀਂ। ਇੱਕ ਵਿਚਾਰਾ ਪ੍ਰੇਮੀ ਇੱਥੇ ਆਉਂਦਾ ਹੁੰਦਾ ਸੀਗਾ,
ਉਹਨੇ ਆਪ ਦੀ ਵਿਥਿਆ ਦੱਸੀ। ਆ ਨਵੀਂ ਖੇਡ ਚੱਲ ਰਹੀ ਹੈ ਆਨਲਾਈਨ ਦੀ, ਮੈਂ ਤਾਂ ਆਨਲਾਈਨ 'ਤੇ ਭਰੋਸਾ ਹੀ ਨਹੀਂ ਕਰਦਾ, ਕੀ ਪਤਾ ਕੀ ਹੋ ਜਾਣਾ। ਕੰਪਿਊਟਰ ਸਿਸਟਮ ਹੈ, ਮੋਬਾਇਲ ਹੈ, ਪਾਸਵਰਡ ਦਾ ਕੋਈ ਭਰੋਸਾ ਹੀ ਨਹੀਂ, ਸਾਨੂੰ ਹੀ ਚੇਤਾ ਭੁੱਲ ਜੇ। ਉਹ ਜਿਹੜੇ ਬੈਟਨ ਕੋਇਨ ਨੇ, ਬੈਟਨ ਕੋਇਨ ਕਿਸੇ ਨੇ 50 ਲੱਖ ਦੇ ਉਹਨੂੰ ਖਰੀਦ ਦਿੱਤੇ। ਉਹ ਵਿਚਾਰਾ ਮੇਰੇ ਵਰਗਾ ਸੀ ਮਾਤੜ, ਨਾ ਅੰਗਰੇਜ਼ੀ ਆਵੇ ਨਾ ਮੋਬਾਇਲ ਚਲਾਉਣਾ ਆਵੇ। ਠੀਕ ਪਾਸਵਰਡ ਉਹਨੇ ਆਪ ਦਾ ਰੱਖ ਲਿਆ ਅਤੇ ਆਪ ਬਿਮਾਰੀ ਗ੍ਰਸਤ ਹੌਸਪੀਟਲ ਦੇ ਬੈੱਡ 'ਤੇ ਚਲਾ ਗਿਆ। ਘਰ ਵਾਲੀ ਵਿਚਾਰੀ ਹੁਣ ਕੋਈ ਬੈਂਕ ਹੋਵੇ ਤਾਂ ਪੈਸੇ ਕਢਾ ਲਿਆ, ਉਹਨੂੰ ਪਤਾ ਹੀ ਕੋਈ ਨਹੀਂ ਵੀ ਕਢਾਉਣੇ ਕਿਵੇਂ ਨੇ। ਉਹ ਜਿਹਨੇ ਕੰਮ ਕਰਾਇਆ ਸੀ ਉਹਨੂੰ ਹੀ ਪਾਸਵਰਡ ਦੇ ਦਿੱਤਾ, ਉਹਨੇ 2-2.5 ਲੱਖ ਰੁਪਈਆ ਦਾ ਦੇ ਦਿੱਤਾ ਅਤੇ ਬਾਕੀ ਪਾਸਵਰਡ ਚੇਂਜ ਕਰਕੇ ਉਹ ਲੱਭਦਾ ਹੀ ਨਹੀਂ। 50 ਲੱਖ ਗਿਆ। ਤੋ ਇਸ ਤਰੀਕੇ ਦੇ ਨਾਲ ਕਿਸੇ ਨੇ ਪੈਟਰੋਲ ਪੰਪ 'ਤੇ ਇਨਵੈਸਟ ਕਰਾ ਲਏ, ਕਹਿੰਦਾ ਮਹੀਨੇ ਬਾਅਦ ਲੈਣ ਜਾਂਦੇ ਵੀ ਰਹੇ, ਜਿੰਨੇ ਮੰਗਣੇ ਉਹਨੇ ਦੇ ਦੇਣੇ, 50 ਲੈ ਜਾਓ, ਲੱਖ ਲੈ ਜਾਓ। 2-4 ਮਹੀਨੇ ਕੰਮ ਚੱਲਦਾ ਰਿਹਾ, ਬੜੀ ਸੋਹਣੀ ਬੜੀ ਕੋਠੀ, ਪੈਟਰੋਲ ਪੰਪ ਬੜਾ ਸੋਹਣਾ ਕੰਮ। ਬੰਦਾ ਕੋਈ ਮਹਾਜਨ ਹੋਊਗਾ, ਪਤਾ ਨਹੀਂ ਬੰਗਾਲ ਦਾ ਬਿਹਾਰ ਦਾ, ਉਹ ਲੈ ਕੇ ਉੱਡ ਗਿਆ। ਪਤਾ ਉਦੋਂ ਲੱਗਾ ਪੈਟਰੋਲ ਪੰਪ ਵੀ ਵੇਚ ਗਿਆ। ਪੈਸੇ ਲੈਣ ਗਏ, ਕਹਿੰਦੇ ਹਾਂਜੀ ਸਾਹਿਬ ਜੀ ਆਪਾਂ ਤਾਂ ਤੁਹਾਨੂੰ ਜਾਣਦੇ ਨਹੀਂ। ਕਹਿੰਦੇ ਫਲਾਣਾ ਬੰਦਾ, ਕਹਿੰਦੇ ਉਹ ਤਾਂ ਵੇਚ ਗਿਆ, ਮਾਲਕ ਤਾਂ ਆਪਾਂ। ਕੋਠੀ ਵੀ ਵੇਚ ਗਿਆ, ਪੈਟਰੋਲ ਪੰਪ ਵੀ ਵੇਚ ਗਿਆ। ਉਹ ਵਿਚਾਰਾ ਸੜਕ 'ਤੇ ਕਰੋੜਾਂਪਤੀ ਬੰਦਾ। ਇਉਂ ਦੁਨੀਆ ਹੱਥਾਂ 'ਤੇ ਹੱਥ ਮਾਰਦੀ ਹੈ। ਆਪ ਦਾ ਬਚਾਓ ਆਪ ਕਰਨਾ ਪੈਂਦਾ। ਸਭ ਤੋਂ ਵੱਡਾ ਪਾਪ, ਬੱਜਰ ਪਾਪ, ਕਿਸੇ ਨੂੰ ਸੜਕ 'ਤੇ ਲਿਆ ਕੇ ਸੁੱਟ ਦੇਣਾ। ਧਨ ਦਾਰਾ, ਕਿਸੇ ਦੀ ਇਸਤਰੀ ਨੂੰ ਵਰਗਲਾ ਕੇ ਆਪਣੇ ਪਿੱਛੇ ਲਾ ਲੈਣਾ। ਭੂਮੀ, ਕਿਸੇ ਦੀ ਜ਼ਮੀਨ 'ਤੇ, ਕਿਸੇ ਦੇ ਪਲਾਟ 'ਤੇ, ਕਿਸੇ ਦੇ ਘਰ 'ਤੇ ਨਜਾਇਜ਼ ਕਬਜ਼ਾ ਕਰ ਲੈਣਾ। ਧਨ ਦਾਰਾ ਭੂਮੀ ਹਿਰੈ ਅਤਿ ਧਾਈ 2-4, 2+4 ਇਹ 6 ਅਤਿ ਧਾਈ ਪਾਪ ਹਨ। ਤੋ ਇੰਝ ਆਪਾਂ ਬਚਨ ਕਰ ਰਹੇ ਸੀਗੇ, ਪਾਪ ਕਰਨੇ ਹੈਨ ਤਾਂ ਮਾੜੇ, ਪਰ ਜੇ ਇਨਸਾਨ ਉਹਦਾ ਪਛਤਾਪ ਕਰਨਾ ਚਾਹੇ, ਕੰਨਾਂ ਨੂੰ ਹੱਥ ਲਾ ਕੇ ਨੱਕ ਨਾਲ ਲਕੀਰਾਂ ਕੱਢ ਕੇ ਗੁਰੂ ਸਾਹਿਬ ਤੋਂ ਮਾਫੀ ਮੰਗੇ ਅੱਗੇ ਵਾਸਤੇ, ਸੋ ਮਹਾਰਾਜ ਤੋਂ ਅਰਦਾਸ ਕਰੇ ਵੀ ਆਪਾਂ ਸਮਝ ਕੇ ਰਹਾਂਗੇ ਤਾਂ ਮਰ ਕਹਿੰਦੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗਿਆ ਮਾਰਗ ਪਾਵੈ। ਪਿਛਲੇ ਔਗਣਾਂ ਨੂੰ ਬਖਸ਼ ਲੈਂਦਾ, ਅੱਗੇ ਸਿੱਧੇ ਰਸਤੇ ਪਾਉਂਦਾ। ਕਲਮਲ ਦਗਧ ਹੋਏ ਖਿਨ ਅੰਦਰ। ਪ੍ਰਭੂ ਦੇ ਨਾਮ ਦੀ ਉਸਤਤੀ ਚੱਲ ਰਹੀ ਹੈ ਕਿ ਜੋ ਪ੍ਰਭੂ ਦਾ ਨਾਮ ਹੈ, ਇਸ ਦੇ ਜਪਣ ਤੋਂ ਕੋਰ ਦੁਖੀਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ ਬੱਜਰ ਪਾਪ। ब्रह्मण कैली घात कंज का अनचारी का धान फिटक फिटका कोड़ बदिया सदा सदा विमान पाहे एते जाहे विसर नानका एक नाम। ये बजर पाप ने। ब्रह्म ज्ञानी का मारना, कैली गां का मारना, धीआं का मारना, तो जिसका करतब आचार सही नहीं उसके हथ का उसके घर का भोजन खाना, ये भी जोड़े बजर पाप ने एक खिण दे विच इस तरह सड़ के स्वाह हो जाते हैं जैसे पावक कास्ट भस्म क्रोध। जिमें अग लकड़ां दे वड्डे सारे ढेर नूं साड़ के स्वाह कर दिंदी है। भगत नामदेव जी ने लिखिया कौन को कलंक रहियो राम नाम लेत ही। राम दा नाम लैंदे आ, दसो भाई किहड़ा कलंक रहा। पतित पवित पए राम कह दे, फिर तुसीं क्यों नहीं कहते? एक बार उच्ची तो बोलो भाई, सतनाम श्री वाहिगुरु वाहिगुरु वाहिगुरु। ये महाराज साढ़े ते भी कृपा करो जी। कोट दान इस्नान ਅਤੇ ਨਾਮ ਜਪਣ ਦੇ ਨਾਲ ਹੀ ਕਰੋੜਾਂ ਦਾਨ ਵੀ ਹੋ ਜਾਂਦੇ, ਤੀਰਥਾਂ ਦੇ ਇਸ਼ਨਾਨ ਦਾ ਫਲ ਵੀ ਪ੍ਰਾਪਤ ਹੋ ਜਾਂਦਾ। ਮੈਂ ਤਾਂ ਇੱਕੋ ਹੀ ਗੱਲ ਗੁਰਦੁਆਰੇ ਆ ਕੇ ਸਮਝੀ ਹੈ ਭਈ ਸਾਡੇ ਕੋਲ ਨਾ ਤਾਂ ਇੰਨਾ ਪੈਸਾ ਹੈ ਕਿ ਆਪਾਂ ਕਿਸੇ ਨੂੰ ਰੋਟੀ ਖਵਾ ਸਕੀਏ ਜਾਂ ਕਿਸੇ ਨੂੰ ਘੁੱਟ ਪਾਣੀ ਪਿਆ ਸਕੀਏ, ਅਤੇ ਜੇ ਪੈਸਾ ਹੈ ਵੀ ਹੈ ਸਾਡੇ ਕੋਲ ਟਾਈਮ ਨਹੀਂ ਹੈ।
ਵੀ ਪ੍ਰਸ਼ਾਦੇ ਪਕਾ ਕੇ ਕਿਸੇ ਨੂੰ ਦਾਨ ਕਰੀਏ ਜਾਂ ਕੋਈ ਕੱਪੜੇ ਲੀੜੇ ਲਿਆ ਕੇ ਕਿਸੇ ਨੂੰ ਦਈਏ, ਬੜੀ ਮੁਸ਼ਕਲ ਹੈ। ਜਿੰਨਾ ਮਰਜ਼ੀ ਕੋਈ ਬੰਦਾ ਅਮੀਰ ਹੈ ਅਤੇ ਉਹ ਸਮਗਰ ਤੌਰ 'ਤੇ ਦਾਨ ਪੁੰਨ ਨਹੀਂ ਕਰ ਸਕਦਾ। ਇਸ ਵਾਸਤੇ ਕਿੰਨਾ ਚੰਗਾ ਹੋਵੇ ਵੀ ਜਿੱਥੇ ਗੁਰੂ ਕਾ ਲੰਗਰ ਪੱਕ ਰਿਹਾ ਆਪਾਂ ਸੰਗਤ 'ਚ ਆ ਕੇ ਲੰਗਰ ਪਕਾਉਣ ਦੀ ਸੇਵਾ ਕਰ ਲਈਏ। ਜਿੱਥੇ ਗੁਰੂ ਘਰ ਲੰਗਰ ਦਾ ਵਰਤਾਰਾ ਵਰਤ ਰਿਹਾ, ਹੁਣ ਇੰਨੀਆਂ ਰੋਟੀਆਂ ਆਪਾਂ ਕਿੱਥੋਂ ਪਕਾਵਾਂਗੇ, ਕਿੰਨੀ ਸਬਜ਼ੀ ਬਣਾਵਾਂਗੇ, ਸੰਗਤ ਕਿੱਥੋਂ ਬੁਲਾਵਾਂਗੇ। ਤੋ ਆਪ ਗੁਰਦੁਆਰੇ ਆ ਕੇ ਮਹਾਰਾਜ ਦਾ ਦਿੱਤਾ ਇਹਨੂੰ ਹੀ ਵਰਤਾਈ ਜਾਓ, ਉਹ ਸਾਰਾ ਹੀ ਫਲ ਸੇਵਾਦਾਰਾਂ ਨੂੰ ਮਿਲਦਾ। ਅੰਨ ਤਾਂ ਕੱਪੜਾ ਤਾਂ ਰੱਬ ਦਾ ਦਿੱਤਾ, ਸਾਡੇ ਘਰ 'ਚ ਵੀ ਵਾਹਿਗੁਰੂ ਦਾ ਹੀ ਹੈ ਅਤੇ ਗੁਰਦੁਆਰੇ ਵੀ ਉਸੇ ਦਾ ਹੀ ਹੈ। ਗੱਲ ਤਾਂ ਵਰਤਾਉਣ ਦੀ ਹੈ, ਵਰਤਾਵੇ ਨੂੰ ਫਲ ਮਿਲਦਾ ਜਿਹੜਾ ਸ਼ਰਧਾ ਨਾਲ ਰੱਬ ਦਾ ਦਿੱਤਾ ਜਾਣ ਕੇ ਵਰਤਾਵੇ। ਤੋ ਇਸ ਲਈ ਸਭ ਤੋਂ ਉੱਤਮ ਦਾਨ ਤਾਂ ਗੁਰੂ ਘਰ ਦੇ ਵਿੱਚ ਹੀ ਹੈ। ਦਾਨ ਦਿਓ ਇਨਹੀ ਕੋ ਭਲੋ ਅਰ ਔਰ ਕੋ ਦਾਨ ਨਾ ਲਾਗਤ ਨੀਕੋ। ਸੰਗਤ ਦਾ ਦਾਨ ਫਲੀਭੂਤ ਹੁੰਦਾ। ਅਤੇ ਜਿਹੜਾ ਇਸ਼ਨਾਨ ਹੈ, ਹੁਣ ਵੇਖੋ ਕਿੰਨੀ ਇੱਥੇ ਕਥਾ ਹੁੰਦੀ, ਕਿੰਨਾ ਕੀਰਤਨ ਹੁੰਦਾ, ਕਿੰਨੀ ਬਾਣੀ ਦਾ ਨਿਤਨੇਮ ਹੁੰਦਾ, ਉਹ ਸਾਰਾ ਹੀ ਅੰਮ੍ਰਿਤ ਸਰੋਵਰ ਦੇ ਵਿੱਚ ਪ੍ਰਵੇਸ਼ ਕਰਦਾ। ਉਹ ਜਲ ਆਮ ਵੀ ਅੰਮ੍ਰਿਤ ਬਣ ਜਾਂਦਾ। ਇਹਦੇ ਵਿੱਚ ਇਸ਼ਨਾਨ ਕਰਨ ਤੋਂ ਕਰੋੜਾਂ ਤੀਰਥਾਂ ਦੀ ਇਸ਼ਨਾਨ ਦਾ ਫਲ ਹੈ। ਜਾਂ ਜਪਜੀ ਸਾਹਿਬ ਦਾ ਪਾਠ ਕਰੋ, ਇਸ਼ਨਾਨ ਪਾਣ ਕਰਕੇ ਸੁਣਿਆ 68 ਕਾ ਇਸ਼ਨਾਨ, ਮਹਾਰਾਜ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ। ਇਉਂ ਮਹਾਰਾਜ ਦੇ ਨਾਮ ਦੇ ਵਿੱਚ ਇਹ ਬਰਕਤਾਂ ਨੇ। ਜਪਣ ਵਾਲੇ ਦੇ ਪਾਪ ਖਤਮ ਹੋ ਜਾਂਦੇ ਨੇ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਮਹਾਰਾਜ ਦੀ ਸੱਚੀ ਬਾਣੀ ਸੁਣਨ ਤੋਂ ਦੁੱਖ ਰੋਗ ਅਤੇ ਸੰਤਾਪ ਉਤਰ ਜਾਂਦੇ ਨੇ। ਇੰਝ ਇੱਕ ਖਿਣ ਦੇ ਵਿੱਚ ਹੀ ਸਭ ਕੁਛ ਹੋ ਜਾਂਦਾ। ਕਰੋੜਾਂ ਦਾਨ ਦਾ ਫਲ, ਕਰੋੜਾਂ ਇਸ਼ਨਾਨਾਂ ਦਾ ਫਲ ਮਿਲ ਜਾਂਦਾ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਰਹਾਓ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਆਨ ਜੰਜਾਰ ਬ੍ਰਿਥਾ ਸਮ ਘਾਲਤ। ਇਹ ਜੀਵ ਨਾਮ ਤਾਂ ਨੂੰ ਜਪਦਾ ਕੋਈ ਨਹੀਂ, ਹੋਰ ਨਾ ਮਾਇਆ ਦੇ ਜੰਜਾਲਾਂ 'ਚ ਪਿਆ ਹੋਇਆ ਵਿਅਰਥ ਹੀ ਥਕਾਵਟ ਨੂੰ ਪਾਉਣਾ ਕਰਦਾ ਹੈ। ਸੋ ਸਾਰੋ ਦਿਨ ਮਜ਼ਦੂਰੀ ਕਰੇ, ਆਪ ਦਾ ਅਤੇ ਆਪ ਦੇ ਬੱਚਿਆਂ ਦਾ ਪੇਟ ਪਾਲਣ ਵਾਸਤੇ ਸਾਰੀ ਦਿਹਾੜੀ ਦਰ ਦਰ ਦੀ ਖਾਕ ਛਾਣਦਾ। ਜਿਨ੍ਹਾਂ ਨੂੰ ਬੁਲਾਉਣ ਦਾ ਔਕਾ ਜੀ ਨਹੀਂ ਕਰਦਾ, ਉਹਦੇ ਅੱਗੇ ਹੱਥ ਜੋੜਨੇ ਪੈਂਦੇ, ਸਾਹਿਬ ਜੀ ਕਰਨਾ ਪੈਂਦਾ। ਕਾਹਦੇ ਲਈ? ਪੈਸੇ ਖਾਤਰ। ਰੋਜੀ ਰੋਟੀ ਹੈ ਸਾਡੀ, ਕੀ ਬੰਦਾ ਕਰੂਗਾ? ਤੋ ਇਸ ਲਈ ਮਹਾਰਾਜ ਕਹਿੰਦੇ ਨੇ ਵੀ ਸਾਰੀ ਦਿਹਾੜੀ ਤੂੰ ਮਜ਼ਦੂਰੀ ਕਰਦਾ, ਮਿਹਨਤ ਕਰਦਾ, ਪਰ ਜਦ ਰਹਿ ਰਸ ਦਾ ਟਾਈਮ ਆਉਂਦਾ ਉਦੋਂ ਥੱਕ ਜਾਈਦਾ। ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ। ਹਰੀ ਦੇ ਸਿਮਰਨ ਦਾ ਵੇਲਾ ਆਉਂਦਾ, ਸਵੇਰੇ ਉੱਠਿਆ ਹੀ ਨਹੀਂ ਜਾਂਦਾ। ਇਉਂ ਸਿਰ ਦਰਦ ਹੁੰਦਾ ਜਿਵੇਂ ਸਿਰ ਉੱਪਰ ਬੱਜਰ ਸ਼ਾਸਤਰ ਵੱਜਿਆ ਹੋਵੇ। ਇੰਝ ਸੋ ਮਹਾਰਾਜ ਕਹਿੰਦੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਨਾਮ ਨਾ ਜਾਣਿਆ ਰਾਮ ਕਾ, ਮੂਢੇ ਫਿਰ ਪਾਛੈ ਪਛਤਾਹੇ ਰੇ। ਹੋਰਨਾਂ ਪਾਸੇ ਥਕਾਵਟਾਂ ਕਰ ਰਹੀ ਹੈ, ਪਰ ਮਹਾਰਾਜ ਦਾ ਨਾਮ ਜਪਣ ਲੱਗਿਆ ਤਾਂ 100 ਬਹਾਨੇ ਸਾਨੂੰ ਆਉਂਦੇ ਨੇ ਕਿ ਸਾਡਾ ਸਰੀਰ ਨਹੀਂ ਮੰਨਦਾ, ਸਾਡੇ ਕੋਲ ਬੈਠਾ ਨਹੀਂ ਜਾਂਦਾ, ਬੜੀਆਂ ਆਪਾਂ ਬੁਝਾਰਤਾਂ ਪਾਉਂਦੇ ਹਾਂ। ਇਉਂ ਮਹਾਰਾਜ ਦੇ ਨਾਮ ਜਪਣ ਨੂੰ ਤੂੰ ਤਿਆਰ ਨਹੀਂ ਹੈ। ਬਿਨ ਹਰ ਫੋਕਟ ਗਿਆਨ। ਆ ਜਿੰਨਾ ਗਿਆਨ ਦੀਆਂ ਗੱਪਾਂ ਮਾਰਦਾ ਹੈ, ਇਹ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਸਭ ਫੋਕੀਆਂ ਹੀ ਨੇ। ਗਾਲੀ ਅਲ ਪਲਾਲੀ ਆ, ਕੰਮ ਨਾ ਵੈ ਮਿੱਤ। ਗਿਆਨ ਆਦਿਕ ਦਾ ਕਥਨ ਕਰਨਾ ਨਿਸਫਲਾ ਹੀ ਹੈ। ਜਿਵੇਂ ਜਿਸ ਤੁੱਖ ਵਿੱਚ ਦਾਣਾ ਨਾ ਹੋਵੇ ਉਹ ਫੋਕਟੀ ਹੁੰਦਾ ਹੈ, ਇਸੇ ਪ੍ਰਕਾਰ ਪਰਮੇਸ਼ਰ ਦਾ ਨਾਮ ਦਾਣੇ ਦੀ ਤਰ੍ਹਾਂ ਹੈ। ਉਹਦੇ ਤੋਂ ਬਿਨਾਂ ਜਿੰਨੇ ਗਿਆਨ ਧਿਆਨ ਨੇ ਸਭ ਫੋਕੇ ਹੀ ਨੇ।
ਮਨਮੁਖ ਪੁਰਸ਼ ਛਿੱਲੜ ਦੀ ਤਰ੍ਹਾਂ ਨੇ, ਕਿਉਂਕਿ ਉਹਨਾਂ ਨੂੰ ਮੁਕਤ ਰੂਪ ਅਨਾਜ ਪ੍ਰਾਪਤ ਨਹੀਂ ਹੁੰਦਾ ਹੈ। ਜਨਮ ਮਰਨ ਸੰਕਟ ਤੇ ਛੂਟੈ, ਇਹ ਗੁਰਮੁਖ ਪਿਆਰਿਆ, ਇਹ ਜੀਵ ਜਗਦੀਸ਼ ਭਜਨ ਸੁਖ ਧਿਆਨ, ਤੂੰ ਜਗਤ ਦੇ ਈਸ਼ਰ ਪਰਮੇਸ਼ਰ ਦਾ ਭਜਨ ਸਿਮਰਨ ਕਰਿਆ ਕਰ, ਔਰ ਉਸ ਸੁਖ ਸਰੂਪ ਦੇ ਵਿੱਚ ਹਰ ਵਕਤ ਧਿਆਨ ਲਾਈ ਰੱਖਿਆ ਕਰ। ਤੇਰਾ ਧਿਆਨ ਪੈਸੇ ਵਿੱਚ ਨਹੀਂ, ਪਦਾਰਥਾਂ 'ਚ ਨਹੀਂ, ਖਾਣ ਪੀਣ 'ਚ ਨਹੀਂ ਹੋਣਾ ਚਾਹੀਦਾ। ਅਤੇ ਮੈਂ ਵੇਖਿਆ ਵੀ ਜਿਹਦੇ 'ਚ ਧਿਆਨ ਲਾਓ ਕੰਮ ਸਿੱਧ ਹੋ ਜਾਂਦਾ ਹੈ, ਪਰ ਜੇ ਬਾਣੀ ਵਿੱਚ ਨਾਮ ਵਿੱਚ ਲਾਵਾਂਗੇ ਤਾਂ ਕਿੰਨੀ ਬਖਸ਼ਿਸ਼ ਹੋਊਗੀ। ਆਪਾਂ ਬ੍ਰਹਮ ਗਿਆਨੀ ਤਾਂ ਹੈ ਨਹੀਂ ਵੀ ਸਾਰੇ ਪਾਸੇ ਸਾਡਾ ਧਿਆਨ ਲੱਗਾ ਰਹੇ। ਨਾਮ ਦੇ ਵਿੱਚ ਲਾਵਾਂਗੇ ਤਾਂ ਹੀ ਨਾਮ 'ਚ ਲੱਗੂਗਾ, ਬਾਣੀ 'ਚ ਲਾਵਾਂਗੇ ਤਾਂ ਹੀ ਲੱਗੂਗਾ। ਜੇ ਹੋਰ ਪਾਸੇ ਹੋ ਗਿਆ ਫਿਰ ਨਾਮ ਦੇ ਬਾਣੀ ਨਾਲੋਂ ਟੁੱਟ ਜਾਏਗਾ, ਇੱਕ ਪਾਸੇ ਲੱਗ ਸਕਦਾ ਹੈ। ਇਸ ਲਈ ਤੂੰ ਵਾਹਿਗੁਰੂ ਦੇ ਨਾਮ ਸੁਖ ਸਰੂਪ 'ਚ ਹਰ ਵਕਤ ਧਿਆਨ ਲਈ ਰੱਖਿਆ ਕਰ ਅਤੇ ਮਹਾਰਾਜ ਦਾ ਭਜਨ ਕਰ। ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਦ ਤੇਰਾ ਪਰਮੇਸ਼ਰ ਦੇ ਸਿਮਰਨ 'ਚ ਧਿਆਨ ਜੁੜ ਗਿਆ ਅਤੇ ਤਾਂ ਹੀ ਤੈਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਊਗੀ। ਉਹ ਗੱਲਾਂ ਨਾਲ ਕੀ ਹੋਊਗੀ, ਗਿਆਨ ਨਾਲ ਗੱਲੀ ਢੂਡੀ ਹੈ, ਕਥਨਾ ਕਰੜਾ ਸਾਰ। ਅਤੇ ਤੂੰ ਜੰਮਣ ਮਰਨ ਦੇ ਦੁੱਖ ਤੋਂ ਤਾਂ ਹੀ ਛੁਟਕਾਰਾ ਪਾ ਸਕੇਗਾ ਜੇ ਤੂੰ ਭਜਨ ਕਰੇਂਗਾ, ਸਿਮਰਨ ਕਰੇਂਗਾ। ਤੇਰੀ ਸਰਨ ਪੂਰਨ ਸੁਖ ਸਾਗਰ, ਇਹ ਸੁੱਖਾਂ ਦੇ ਸਮੁੰਦਰ ਪੂਰੇ ਪਰਮੇਸ਼ਰ, ਮੈਂ ਤੁਹਾਡੀ ਓਟ ਦੇ ਵਿੱਚ ਆਇਆ ਹਾਂ ਜੀ। ਸਰਨ ਨਾਥ ਤੋਰੀਆਂ ਉਬਾਰ ਲਾਜ ਮੋਰੀਆਂ, ਜੇ ਤਿਉ ਸਰਨ ਆਇਓ ਹੈ ਤੇ ਤਿਉ ਰਾਖ ਲਏ ਹੈ। ਕਰ ਕਿਰਪਾ ਦੇਵੋ ਦਾਨ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ न विचारो कोई। माटी का क्या तोप है स्वामी, मानस की गाते ही। हे महाराज दया करो दयाल, अपनी सिफत देहो दर्शन देखने हाल। नानक प्रीत ਇਹ ਸਾਡੇ ਮਨ 'ਚ ਪ੍ਰੀਤੀ ਬਣੀ ਰਹੇ ਕਿ ਆਪਦੇ ਦਰਸ਼ਨਾਂ ਨੂੰ ਦੇਖਦੇ ਰਹੀਏ ਅੱਖਾਂ ਦੇ ਨਾਲ। ਧੰਨ ਮਾਤਾ ਗੁਜਰ ਕੌਰ ਜੀ, ਐਵੇਂ ਬਖਸ਼ਿਸ਼ਾਂ ਨਹੀਂ ਹੁੰਦੀਆਂ। ਵੇਖੋ ਕਿੱਡਾ ਵੱਡਾ ਜਿਗਰਾ ਸੀਗਾ ਸਾਡੇ ਘਰ ਦੇ, ਮੈਨੂੰ ਮਾਫ਼ ਕਰਨਾ, 2 ਜੀ ਕਿਤੇ ਇਕੱਠੇ ਚਲੇ ਜਾਣ ਅਤੇ ਕਿੰਨਾ ਰੋਣਾ ਧੋਣਾ ਹੁੰਦਾ ਹੈ, ਕਿੰਨਾ ਦੁੱਖ ਲੱਗਦਾ। ਧੰਨ ਮਾਤਾ ਗੁਜਰੀ, ਆਪਦੇ ਹੁੰਦਿਆਂ ਪਤੀ ਨੂੰ ਦਿੱਲੀ ਨੂੰ ਤੋਰਿਆ, ਪਤਾ ਵੀ ਸੀ ਵੀ ਇਹਨਾਂ ਮੁੜ ਕੇ ਨਹੀਂ ਆਉਣਾ। ਵੇਖੋ ਬੜੀ ਸਤਿਕਾਰਯੋਗ ਅਤੇ 1000 ਗੁਣਾਂ ਵਾਲੀ ਨੂੰਹ। ਅੱਖਾਂ ਦੇ ਵਹਿੰਦਿਆਂ ਵਹਿੰਦਿਆਂ ਸਾਡੇ ਮਾਤਾ ਜੀਤ ਕੌਰ ਜੀ ਆਪਦੀ ਮਰਜ਼ੀ ਨਾਲ ਚੜ੍ਹਾਈ ਕਰ ਗਏ। ਅਤੇ ਫਿਰ ਵੇਖੋ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਕੀਤਾ। ਜਾਨ ਨਾਲੋਂ ਪਿਆਰੇ ਸਿੰਘ ਅੱਖਾਂ ਦੇ ਅੱਗੇ ਜੂਝ ਕੇ ਸ਼ਹੀਦੀਆਂ ਪਾ ਗਏ। ਪਰਿਵਾਰ ਵਿਛੜ ਗਿਆ, ਛੋਟੇ ਛੋਟੇ ਬੱਚੇ ਹੱਥਾਂ 'ਚੋਂ ਨਿਕਲ ਗਏ। ਪਤਾ ਸੀਗਾ ਵੀ ਅੱਜ ਇਹਨਾਂ ਸ਼ਹੀਦੀ ਪਾ ਜਾਣੀ ਹੈ। ਕਿੱਡਾ ਵੱਡਾ ਜਿਗਰਾ ਉਹਦਾ ਮਾਂ ਦਾ। ਉਹ ਮਾਂ ਦੇ ਵਿੱਚ ਇਹ ਗੁਣ ਸੀਗਾ ਮਾਤਾ ਗੁਜਰੀ ਦੇ ਵਿੱਚ। ਉਹਨੇ ਕਦੀ ਮਹਾਰਾਜ ਨੂੰ ਬੁਲਾਇਆ ਨਹੀਂ ਸੀਗਾ, ਕੋਈ ਤੰਗ ਨਹੀਂ ਕੀਤਾ, ਕੋਈ ਪਰੇਸ਼ਾਨ ਨਹੀਂ ਕੀਤਾ। ਬੀਬੀਆਂ ਦਾ ਸੁਭਾਅ ਹੁੰਦਾ ਮਾਇਆ ਤੇਲਾ, ਖਾਣਾ ਪੀਣਾ, ਕੱਪੜਾ ਲੀੜਾ। ਹੁਣ ਜਿਹਦੇ ਘਰ ਵਾਲੇ ਦੀ 10,000 ਰੁਪਈਆ ਤਨਖਾਹ ਹੈ ਅਤੇ ਸ਼ੋਭਨ ਕਰਾਤੀ ਬੀਬੀ ਨੇ 20,000 ਦੀ, 50,000 ਦੀ, ਉਹ ਬੰਦਾ ਫਿਰ ਕਰਜ਼ਾਈ ਹੋਊਗਾ? ਦੱਸੋ ਹੋਰ ਕੀ ਕਰੂਗਾ ਉਹ? ਜਾਂ ਫਿਰ ਕੋਈ ਚੋਰੀ ਜਾਰੀ ਕਰੂਗਾ, ਕੁਛ ਨਾ ਕੁਛ ਕਰੂਗਾ ਉਹ, ਜਾਂ ਫਿਰ ਉਹ ਦੁਖੀ ਹੋਊਗਾ। ਲੋਕ ਲੋੜ ਤੋਂ ਵੱਧ ਖਰਚਾ ਕਰਕੇ ਅਤੇ ਜਿੰਨੀ ਚਾਦਰ ਮਹਾਂਪੁਰ ਕਹਿੰਦੇ ਪੈਰ ਉਹਨੇ ਪਸਾਰੋ, ਤਾਂ ਬੰਦਾ ਸੁਖੀ ਰਹਿ ਸਕਦਾ। ਨਾਵੇਂ ਪਾਤਸ਼ਾਹ ਧੰਨ ਹਨ, ਉਹਨਾਂ ਕਿਸੇ ਚੀਜ਼ ਦਾ ਮੋਹ ਨਹੀਂ ਕੀਤਾ। ਅਤੇ ਉਹਦੇ ਤੋਂ ਧੰਨ ਗੁਰੂ ਸਾਹਿਬ ਤੋਂ ਵੀ ਧੰਨ ਮਾਤਾ ਗੁਜਰੀ ਜੀ। ਵੇਖੋ 27 ਸਾਲ ਮੂੰਹ ਨਾ ਕਹਿ ਲੈਣੇ, ਆਪਣੇ 26 ਸਾਲ 9 ਮਹੀਨੇ 9 ਦਿਨ, ਇਸ ਤਰ੍ਹਾਂ ਉਹਦੇ 'ਤੇ ਰੀਡਿੰਗ ਲਿਖੀ ਹੋਈ ਹੈ। ਕਰੀਬ 27 ਸਾਲ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਭੋਰੇ ਵਿੱਚ ਗੁਰੂ ਤੇਗ ਬਹਾਦਰ ਜੀ ਤਪ ਕਰਦੇ ਰਹੇ। ਨਾ ਕੋਈ ਖਾਣ ਦਾ, ਨਾ ਪੀਣ ਦਾ, ਨਾ ਪਹਿਨਣ, ਨਾ ਭੋਗਣ ਦਾ, ਕੋਈ ਮਾਇਆ ਤੇਲੇ ਦਾ ਲਾਲਚ ਨਹੀਂ ਕੀਤਾ।
ਮਾਤਾ ਨਾਨਕੀ ਜੀ ਵੀ ਧੰਨ। ਮਾਤਾ ਗੁਜਰੀ ਨੇ ਬਰੂਹਾਂ 'ਚ ਬੈਠੇ ਰਹਿਣਾ, ਗੁਰੂ ਤੇਗ ਬਹਾਦਰ ਵੱਲ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ। ਦਇਆ ਕਰੋ ਦਇਆਲ, ਆਪਣੀ ਸਿਫਤ ਦੇਖੋ, ਨਾਲੇ ਮੂੰਹ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਦਰਸ਼ਨ ਦੇਖਣੇ ਹਾਲ ਨਾਨਕ ਪ੍ਰੀਤ ਇਹ, ਗੁਰੂ ਜੀ ਦੇ ਚਿਹਰੇ ਦਰਸ਼ਨ ਕਰਦੇ ਰਹਿਣਾ ਕਿ ਮਹਾਰਾਜ ਨੂੰ ਬੋਲਣਾ ਨਾ ਪਏ, ਨਾ ਬੁਲਾਉਣਾ ਅਤੇ ਨਾ ਹੀ ਗੁਰੂ ਸਾਹਿਬ ਨੂੰ ਬੋਲਣ ਦੇਣਾ। ਇਸ਼ਾਰਾ ਕਰਨਾ ਵੀ ਜਲ ਲਿਆਓ ਜਾਂ ਕੁਛ ਚੀਜ਼ ਦੀ ਲੋੜ ਹੋਣੀ, ਉਸੇ ਵਕਤ ਲਿਆ ਕੇ ਹਾਜ਼ਰ ਕਰਨੀ। ਲਗਾਤਾਰ ਦੋਨਾਂ ਜੀਆਂ ਨੇ ਇਕੱਠਿਆਂ ਭਗਤੀ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਪਰਮਾਤਮਾ ਨੇ ਭੇਜੇ, ਐਵੇਂ ਨਹੀਂ ਆਏ, ਪੁਰਾਣੇ ਜਨਮਾਂ ਦੀ ਵੀ ਭਗਤੀ ਸੀਗੀ ਅਤੇ ਸਾਹਿਬਾਂ ਦੇ ਅਵਤਾਰ ਲਈ ਇਸ ਜਨਮ ਵਿੱਚ ਵੀ ਵੇਖੋ ਕਿੱਡਾ ਵੱਡਾ ਤਪ ਕੀਤਾ। ਸੋ ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ, ਐਸੇ ਮਾਤਾ ਗੁਜਰ ਕੌਰ ਨੂੰ ਨਮਸਕਾਰ ਹੈ। ਉਹਨਾਂ 'ਚ ਇਹ ਗੁਣ ਸੀਗਾ ਦਰਸ਼ਨਾਂ ਦਾ ਅਤੇ ਨਾਮ ਦਾ। ਔਰ ਸਾਡੇ ਮਾਤਾ ਸਾਹਿਬ ਦੀਵਾ ਕੌਰ ਵੀ ਇਹੀ ਗੁਰੂ ਗੋਬਿੰਦ ਸਿੰਘ ਕੋਲ ਮੰਗਿਆ ਕਿ ਆਪ ਦੇ ਦਰਸ਼ਨ ਚਾਹੀਦੇ ਨੇ। ਫਿਰ ਜਦ ਵਿਛੜੇ ਨੇ ਅਤੇ ਗੁਰੂ ਸਾਹਿਬ ਤੋਂ ਵਰ ਲੈ ਲਿਆ। ਮਹਾਰਾਜ ਨੇ ਆਖਿਆ ਵੀ ਸ਼ਸਤਰਾਂ ਦੇ ਦਰਸ਼ਨ ਕਰਿਆ ਕਰਿਓ, ਸਾਡੇ ਦਰਸ਼ਨ ਹੋਣਗੇ। ਦਰਸ਼ਨ ਕਰਕੇ ਕੁਝ ਮੂੰਹ 'ਚ ਜਲ ਪਾਣੀ ਪਾਇਆ ਕਰਦੇ ਸਨ। ਇਹ ਮਹਾਰਾਜ ਇਹ ਸਾਨੂੰ ਕਿਰਪਾ ਕਰੋ, ਦਰਸ਼ਨਾਂ ਦਾ ਨਾਮ ਦਾ ਦਾਨ ਦੇਣਾ ਕਰੋ ਜੀ। ਸਿਮਰ ਸਿਮਰ ਨਾਨਕ ਪ੍ਰਭ ਜੀਵੈ। ਆਸ਼ਾ ਕਥਨ ਕਰਦੀ ਹੈ ਪਰਮੇਸ਼ਰ, ਮੈਂ ਤੇਰੇ ਸਿਮਰਨੇ ਯੋਗ ਨਾਮ ਨੂੰ ਸਿਮਰ ਕੇ ਯਾਦ ਕਰਕੇ ਆਤਮਿਕ ਜੀਵਨ ਵੱਲ ਜਿਉਂਦਾ ਹਾਂ ਜੀ। ਬਿਨਸ ਜਾਏ ਅਭਿਮਾਨ। ਇਹ ਵੀ ਦਇਆ ਕਰੋ ਕਿ ਮੇਰੇ ਅੰਦਰੋਂ ਹੰਕਾਰ ਵੀ ਨਾਸ਼ ਹੋ ਜਾਏ, ਮੈਂ ਅਭਿਮਾਨ ਨਾ ਕਰਾਂ। ਵਾਹਿਗੁਰੂ ਨਾਮ 'ਚ ਬਖਸ਼ਿਸ਼ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਸੋਤੇ ਸਿੱਧੀ ਜਪਣ ਵਾਲੇ ਦੀ ਹੰਕਤਾ ਨਾਸ਼ ਹੋ ਜਾਂਦੀ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ। ਅੱਗੇ ਤੋਂ ਸਮੱਤ ਬਖਸ਼ੋ। ਅੱਜ ਨਗਰ ਕੀਰਤਨ ਜਾਣਾ ਜੀ, ਚੇਤਾ ਰੱਖਿਓ। 9:30 ਵਜੇ ਦਾ ਟਾਈਮ ਦਿੱਤਾ ਪ੍ਰਬੰਧਕਾਂ ਨੇ, 10 ਕੁ ਵੱਜ ਜਾਣਗੇ। ਤੋ ਇਸ ਲਈ ਆਪਦਾ ਜਲ ਪਾਣੀ ਰੋਟੀ ਪਾਣੀ ਕਰਕੇ ਅਤੇ ਪਰਿਵਾਰਾਂ ਸਮੇਤ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਚੱਲੋ। ਨਗਰ ਕੀਰਤਨ 'ਚ ਹਾਜ਼ਰੀ ਭਰੋ। ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨਾਂ ਲਈ ਇੱਥੋਂ ਦੀਆਂ ਸੰਗਤਾਂ ਜਾ ਰਹੀਆਂ ਹਨ ਜੀ। ਤੇਰੀ ਸਰਨ ਪੂਰਨ ਸੁਖ ਸਾਗਰ, ਕਰ ਕਿਰਪਾ ਦੇਵੋ ਦਾਨ। ਸਿਮਰ ਸਿਮਰ ਨਾਨਕ ਪ੍ਰਭ ਜੀਵੈ, ਬਿਨ ਸਜਾਏ ਅਭਿਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਵੇ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਤਮ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਨ ਕੈ ਮਨ ਵਸਿਆ ਵਾਜੇ, ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸਾਧ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਮੇਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਤਰੋ, ਬਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ। ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ।
ਪਾਇਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਰੇ ਕੀਤੀ ਛੁਟੀ ਨਾਲ ਉਠਾ ਤੁਮ ਬਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ कोई न जाने तुमरा अंत ऊंचे ते ऊंचा भगवंत सगल समगरी ਵਾਹਿਗੁਰੂ 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 ਵਾਹਿ ਜੀਓ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਚੌਹਾਂ ਸਾਹਿਬਜ਼ਾਦਿਆਂ, ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ। 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਦੇ ਚੜ੍ਹੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਹੀ, ਤਿੰਨਾਂ ਸਮੂਹ ਵਰਤਮਾਨ ਅਤੇ ਪੁਰਾਤਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ। प्रथम समूह खालसा जी की अरदास है जी। सरबत खालसा जी को वाहिगुरु।